ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਕੀ ਹਾਲ ਨੇ ਜੀ ਸਾਰਿਆਂ ਨੇ? ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਤੇ ਅੱਜ ਆਪਣਾ ਲੈਕਚਰ ਸ਼ੁਰੂ ਹੋਣ ਜਾ ਰਿਹਾ ਭਾਈ ਜੀਕੇ ਦਾ। ਠੀਕ ਹੈ, ਇਹ ਟੌਪ 50 ਵਾਲੀ ਸੀਰੀਜ਼ ਹੈ। ਟੌਪ 50 ਵਾਲੀ ਸੀਰੀਜ਼ ਦਾ ਮੈਂ ਕੀ ਕਰਿਆ ਹੋਇਆ ਗਾ, ਇੱਕ ਅਲੱਗ ਤੋਂ ਉਹ ਬਣਾ ਕੇ ਰੱਖਿਆ ਹੋਇਆ ਗਾ ਫੋਲਡਰ। ਠੀਕ ਹੈ, ਉਹ ਸਾਰੇ ਬੱਚਿਆਂ ਨੇ ਕਰਨਾ ਹੈ। ਅਤੇ ਇਸ ਤੋਂ ਬਾਅਦ ਇੱਕ ਵੀਡੀਓ ਮੈਂ ਹੋਰ ਬਣਾਊਂਗਾ ਜੀ, ਦੱਸੂ ਤੁਹਾਨੂੰ ਤੁਸੀਂ ਕਿਵੇਂ ਸਟੱਡੀ ਕਰਨੀ, ਜਿਹੜੇ ਨਵੇਂ ਬੱਚੇ ਉਹਨਾਂ ਨੇ ਕਿਵੇਂ ਕਰਨੀ ਹੈ, ਜਿਹੜੇ ਪੁਰਾਣੇ ਉਹਨਾਂ ਨੇ ਕਿਵੇਂ ਕਰਨੀ ਹੈ, ਕੀ ਚੀਜ਼ ਛੱਡਣੀ ਹੈ, ਕੀ ਚੀਜ਼ ਨਹੀਂ ਛੱਡਣੀ, ਸਾਰੇ ਬਾਰੇ ਆਪਾਂ ਚਰਚਾ ਕਰਾਂਗੇ ਉਸ ਵੀਡੀਓ ਦੇ ਵਿੱਚ। ਸਭ ਤੋਂ ਪਹਿਲੀ ਗੱਲ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਅਤੇ ਆਪਣੇ 50K ਦਾ ਟਾਰਗੇਟ ਉਹ ਪੂਰਾ ਕਰ ਦਿਓ ਜਲਦੀ ਤੋਂ ਜਲਦੀ। ਠੀਕ ਹੈ, ਇੱਕ ਗੱਲ ਸਾਡੇ ਨਾਲ ਇਹ ਕਰਨੀ ਸੀ, ਅਤੇ ਦੂਸਰੀ ਗੱਲ ਇਹ ਕਰਨੀ ਸੀ ਕਿ ਬੱਚੇ ਚੈਨਲ ਬਹੁਤ ਦੇਖਦੇ ਪਰ ਸਬਸਕ੍ਰਾਈਬ ਘੱਟ ਕਰਦੇ ਆ। ਠੀਕ ਹੈ, ਅਤੇ ਉਹ ਵਿੱਚ ਵੀ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆ। ਦੂਸਰੀ ਗੱਲ ਕਿ ਜਿਹੜੇ ਆਪਣੇ ਇਸ ਤੋਂ ਬਾਅਦ ਤੁਹਾਨੂੰ ਮੈਂ ਅੱਜ ਕੰਪਿਊਟਰ ਦੇ 50 MCQ ਕਰਵਾਊਂਗਾ, ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹੜੇ। ਠੀਕ ਹੈ, ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਇੱਕ ਤਾਂ ਮੈਂ ਕਰਵਾਏ ਹੋਇਆ ਪਹਿਲਾਂ 50, ਇੱਕ ਵੀਡੀਓ ਤੁਹਾਨੂੰ ਹੋਰ ਕਰਵਾਊਂਗਾ, ਅਤੇ ਉਹਦੀ ਵੀ ਤੁਹਾਨੂੰ ਵੀਡੀਓ ਸ਼ਾਇਦ ਡੇਲੀ ਇੱਕ ਮਿਲ ਜਾ ਕਰੂ 50 MCQ ਕੰਪਿਊਟਰ ਦੇ। ਅਤੇ ਕਿਉਂਕਿ ਕੰਪਿਊਟਰ ਬਹੁਤ ਵੱਡੀ ਫੋਰਮ ਦੇ ਵਿੱਚ ਆਉਣਾ, ਅਤੇ ਜੀਕੇ ਅਤੇ ਕਰੰਟ ਅਫੇਅਰ ਆਪਣੇ ਜਿਹੜੇ ਪਿਛਲੇ ਕਰਵਾਏ ਹੋਏ ਆ ਹੁਣ ਤੱਕ, ਮੈਂ ਪਿਛਲੇ 6 ਮਹੀਨਿਆਂ ਵਾਲੇ ਕਰੰਟ ਅਫੇਅਰ ਕਰਵਾਏ ਹੋਏ ਨੇ। 3 ਪਾਰਟ ਆ ਭਾਈ, ਦਿਮਾਗ 'ਚ ਬਿਠਾ ਲਓ। ਅਤੇ ਕੱਲ੍ਹ ਨੂੰ ਤੁਹਾਨੂੰ ਮੈਂ ਇੱਕ ਵੀਡੀਓ ਦੇ ਵਿੱਚ ਹੀ ਜੁਲਾਈ ਦੇ ਸਾਰੇ ਕਰੰਟ ਅਫੇਅਰ ਕਵਰ ਕਰ ਦੂੰਗਾ ਕੱਲ੍ਹ ਨੂੰ ਹੀ। ਠੀਕ ਹੈ ਜੀ, ਅਤੇ ਚਲੋ ਦੋਸਤੋ, ਅੱਜ ਆਪਾਂ ਲੈਕਚਰ ਲਾਉਣੇ ਆ। ਇਸ ਤੋਂ ਬਾਅਦ ਤੁਹਾਡਾ ਅੱਜ ਮੈਥ ਦਾ ਲੈਕਚਰ ਲੱਗੂਗਾ। ਅਸਾਈਨਮੈਂਟ ਵੀ ਤਿਆਰ ਹੋ ਗਈ ਤੁਹਾਡੀ, ਇੱਕ ਇਕਾਈ ਦੀ ਬਣ ਕੇ, ਅਤੇ ਕੱਲ੍ਹ ਨੂੰ 2 ਇਕਾਈਆਂ ਦੀ ਅਸਾਈਨਮੈਂਟ ਤੁਹਾਨੂੰ ਮੈਂ ਕੱਲ੍ਹ ਨੂੰ ਪਾ ਦੂੰਗਾ। ਠੀਕ ਹੈ, ਲਾਲ ਕੀੜੀ ਦੇ ਵਿੱਚ ਕਿਹੜਾ ਐਸਿਡ ਹੁੰਦਾ? ਜਿਹੜੀ ਲਾਲ ਕੀੜੀ ਹੁੰਦੀ ਹੈ, ਭੂਰੀ ਕੀੜੀ ਕਹਿੰਦੇ ਨੇ ਜਿਹਨੂੰ ਆਪਾਂ, ਲਾਲ ਕੀੜੀ ਭੂਰੀ ਕੀੜੀ ਉਸਨੂੰ ਕਿਹਾ ਜਾਂਦਾ। ਅਤੇ ਜਿਹੜੀ ਉਹ ਕੀੜੀ ਹੁੰਦੀ ਹੈ ਭਾਈ, ਇਹ ਜਦੋਂ ਕਿਸੇ ਨੂੰ ਮਤਲਬ ਦੰਦੀ ਵੜਦੀ ਹੈ ਕਿਸੇ 'ਤੇ, ਤਾਂ ਇਹਦੇ ਵਿੱਚ ਕਿਹੜਾ ਐਸਿਡ ਹੁੰਦਾ? ਇਹਦੇ ਵਿੱਚ ਭਾਈ ਹੁੰਦਾ ਹੈ A ਨੰਬਰ ਆਪਸ਼ਨ ਫੋਰਮਿਕ ਐਸਿਡ। ਇਹਦੇ ਵਿੱਚ ਫੋਰਮਿਕ ਐਸਿਡ ਹੁੰਦਾ, ਇਹ ਗੱਲ ਯਾਦ ਰੱਖਣੀ ਹੈ, A ਨੰਬਰ ਆਪਸ਼ਨ ਦੀ। ਠੀਕ ਹੈ, ਇਸ ਤੋਂ ਬਾਅਦ ਅਗਲਾ ਆਪਰੇਸ਼ਨ, ਅਗਲੇ 'ਚ ਕੀ ਪੁੱਛਦਾ? ਕਹਿੰਦੇ ਵਿਕਰਮ ਸਾਰਾਭਾਈ ਅੰਤਰਿਕਸ਼ ਕੇਂਦਰ ਕਿਸ ਸਥਾਨ 'ਤੇ ਹੈ? ਤੁਸੀਂ ਨਾਲ ਦੇ ਟਿਕ ਲਾ ਲਿਆ ਕਰੋ, ਪਹਿਲਾਂ ਆਪਦੇ ਆਪ ਹੱਲ ਕਰਕੇ ਦੇਖਣਾ ਆਪਰੇਸ਼ਨ ਕਿ ਤੁਹਾਨੂੰ ਆਉਂਦਾ ਕਿ ਨਹੀਂ ਆਉਂਦਾ। ਠੀਕ ਹੈ, ਜਿਹੜਾ ਵਿਕਰਮ ਸਾਰਾਭਾਈ ਅੰਤਰਿਕਸ਼ ਕੇਂਦਰ ਹੈ ਕਿਸ ਸਥਾਨ 'ਤੇ ਹੈ? A ਨੰਬਰ, B ਨੰਬਰ, C ਨੰਬਰ ਕਿ D ਨੰਬਰ? ਦੱਸੋ ਜੀ ਕਿੱਥੇ? ਚੰਡੀਗੜ੍ਹ ਤਾਂ ਹੋ ਨਹੀਂ ਸਕਦਾ, ਐਲੀਮੀਨੇਟ ਕਰਨਾ ਸਿੱਖ ਲਓ। ਠੀਕ ਹੈ, ਮੁੰਬਈ ਦੇ ਵਿੱਚ ਤੁਸੀਂ ਸੁਣਿਆ ਕੋਈ ਅੰਤਰਿਕਸ਼ ਕੇਂਦਰ ਹੈਗਾ? ਆਪਸ਼ਨ ਹੈ ਕਿ ਕਲਕੱਤਾ ਅਤੇ ਤ੍ਰਿਵੰਤਮ ਦੇ ਵਿੱਚ, ਤਾਂ ਇਹ ਹੈਗਾ ਤ੍ਰਿਵੰਤਪੁਰਮ ਦੇ ਵਿੱਚ ਹੈ। ਠੀਕ ਹੈ, ਕੇਰਲਾ ਦੀ ਰਾਜਧਾਨੀ ਇਹ। ਠੀਕ ਹੈ, ਗੱਲ ਯਾਦ ਰੱਖਣੀ ਹੈ। ਇੱਥੇ ਆਵੇ ਵਿਕਰਮ ਸਾਰਾਭਾਈ ਅੰਤਰਿਕਸ਼ ਕੇਂਦਰ। ਇਸ ਤੋਂ ਬਾਅਦ ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ ਵਿਸ਼ਵ ਬੈਂਕ, ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਵਰਲਡ ਬੈਂਕ। ਇਹਨੂੰ ਇਸ ਤੋਂ ਨੋਟ ਵੀ ਲਿਖਿਆ ਜਾਂਦਾ। ਠੀਕ ਹੈ, ਕਹਿੰਦੇ ਇਹਦਾ ਹੈੱਡ ਕੁਆਟਰ ਕਿੱਥੇ ਹੈਗਾ? ਵਾਸ਼ਿੰਗਟਨ DC, ਪੈਰਿਸ, ਨਿਊਯਾਰਕ ਕਿ ਕੋਈ ਨਹੀਂ? ਆਹ ਆਪਸ਼ਨ ਆਉਂਦੇ ਨਹੀਂ, ਤਾਂ ਬਈ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ A। ਠੀਕ ਹੈ, ਵਾਸ਼ਿੰਗਟਨ DC ਦੇ ਵਿੱਚ ਇਹਦਾ ਹੈੱਡ ਕੁਆਟਰ ਹੈ ਕਿਹਦਾ? WB ਦਾ, ਵਰਲਡ ਬੈਂਕ ਦਾ। ਇਹ ਗੱਲ ਯਾਦ ਰੱਖਣੀ ਹੈ। ਯੂਨੈਸਕੋ ਦਾ ਹੈੱਡ ਕੁਆਟਰ ਕਿੱਥੇ ਹੈ? ਯੂਨੈਸਕੋ। ਠੀਕ ਹੈ, ਯੂਨੈਸਕੋ ਦਾ ਹੈੱਡ ਕੁਆਟਰ ਕਿੱਥੇ? ਦੱਸੋ ਜੀ। ਪੈਰਿਸ ਦੇ ਵਿੱਚ ਹੈ, ਜਾਪਾਨ ਦੇ ਵਿੱਚ ਹੈ, ਨਵੀਂ ਦਿੱਲੀ ਦੇ ਵਿੱਚ ਹੈ, ਕੈਨੇਡਾ ਦੇ ਵਿੱਚ ਹੈ। ਤਾਂ ਭਾਈ ਜਿਹੜਾ ਇਹਦਾ ਹੈੱਡ ਕੁਆਟਰ ਹੈਗਾ ਗਾ ਯੂਨੈਸਕੋ ਦਾ, ਉਹ ਹੈਗਾ ਆਪਣੇ ਪੈਰਿਸ ਦੇ ਵਿੱਚ। ਠੀਕ ਹੈ, ਪੈਰਿਸ ਦੇ ਵਿੱਚ ਇਹ ਗੱਲ ਯਾਦ ਰੱਖਣੀ ਹੈ। ਆਹ ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ। ਜਿਹੜੇ ਕਹਿੰਦਾ ਹੋਪ ਮਿਸ਼ਨ ਹੈਗਾ, ਹੋਪ ਮਿਸ਼ਨ ਕਿਸ ਦੇਸ਼ ਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ? ਕਿਉਂਕਿ ਇਹ ਜਿਹੇ ਆਪਰੇਸ਼ਨ ਪੇਪਰ ਦੇ ਵਿੱਚ ਆਮ ਹੀ ਮੈਂ ਦੇਖਿਆ ਬਹੁਤ ਪੇਪਰਾਂ ਦੇ ਵਿੱਚ ਇਹ ਆਪਰੇਸ਼ਨ ਆਏ ਹੋਏ ਹੈਗੇ ਹੋਪ ਨਾਲ ਰਿਲੇਟਡ। ਅਤੇ ਬਾਕੀ ਹੁਣ ਜਿਹੜੇ ਹਿਸਾਬ 'ਤੇ ਤੁਹਾਨੂੰ ਦੱਸਿਆ ਕਿ ਟ੍ਰਿਪਲਸ ਬੋਰਡ ਨਾਲ ਬਹੁਤ ਜ਼ਿਆਦਾ ਧੱਕਾ ਵੀ ਹੋ ਗਿਆ ਵਿਚਾਰਿਆਂ ਨਾਲ, ਗਾਲਾਂ ਗੂਲਾਂ ਬਹੁਤ ਕੱਢ ਕੇ ਲੋਕ, ਅਤੇ ਉਸ ਹਿਸਾਬ 'ਤੇ ਕਿ ਪੇਪਰ ਜਿਹੜਾ ਹੋਊਗਾ ਸਟੈਂਡ ਹੋਊਗਾ, ਜਿਹੜਾ ਵਧੀਆ ਹੋਊਗਾ ਪੇਪਰ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਦੂਸਰੀ ਗੱਲ, ਇਹ ਕਿੱਥੇ ਇਹਦਾ ਹੈੱਡ ਕਿੱਥੇ, ਇਹ ਕਿਸ ਦੁਆਰਾ ਸ਼ੁਰੂ ਕੀਤਾ ਗਿਆ? ਇਹ ਕੀਤਾ ਗਿਆ ਭਾਈ UAE ਦੁਆਰਾ, A ਨੰਬਰ ਆਪਸ਼ਨ ਦੁਆਰਾ। ਠੀਕ ਹੈ, ਆਹ ਤੁਹਾਨੂੰ ਕਰਵਾ ਕੇ ਗਿਆ ਬਹੁਤ ਵਾਰੀ ਮੈਂ। ਕਹਿੰਦੇ ਸ਼ਿਪਕਲਾ ਦਰਾ ਕਿੱਥੇ ਹੈ? ਇਹ ਜਿਹੜੇ ਦਰਿਆ ਦੀ ਭਾਈ ਇੱਕ ਵੀਡੀਓ ਹੈ, ਤੁਹਾਨੂੰ ਕਿੰਨੇ ਵਾਰੀ ਕਹਿਤਾ ਪੁੱਤਰੋ ਮੈਂ ਕਿ ਦਰਿਆ ਦੀ ਵੀਡੀਓ ਕਰ ਲਓ ਕਰ ਲਓ ਕਰ ਲਓ। ਤੁਸੀਂ ਕਿਉਂ ਨਹੀਂ ਕਰਦੇ? ਉਹ ਵੀਡੀਓ 'ਤੇ ਹਜੇ ਤੱਕ 3000 ਵਿਊ ਆਇਆ ਹੈਗਾ। ਮੈਨੂੰ ਪਤਾ ਲੱਗ ਜਾਂਦਾ ਹੁੰਦਾ ਬੱਚੇ ਤੁਸੀਂ 43K ਹੋ ਹੈ, ਵਿਊ 3000 ਆਇਆ, ਤਾਂ ਉਹ ਚੀਜ਼ ਨੂੰ ਸੀਰੀਅਸ ਲੈ ਲਿਆ ਕਰੋ। ਦਰਿਆ ਦੇ 'ਚੋਂ ਇੱਕ ਆਪਰੇਸ਼ਨ ਵੀ ਆ ਗਿਆ ਨਾ, 1 ਨੰਬਰ ਬਣ ਜਾਣਾ ਮੌਕੇ 'ਤੇ। ਮੈਰਿਟ ਇੱਕ ਦੇ ਨੰਬਰ 'ਤੇ ਅੜ ਜਾਂਦੇ, ਮੁੜ ਕੇ ਪਛਤਾਉਂਗੇ ਕਿ 1 ਨੰਬਰ 'ਤੇ ਰਹਿ ਗਿਆ, ਮੈਂ ਐਂ ਹੋ ਗਿਆ ਐਂ ਹੋ ਗਿਆ। ਠੀਕ ਹੈ, ਤਾਂ ਉਹ ਲਿੰਕ ਮੈਂ ਉਹਦਾ ਟੈਲੀਗ੍ਰਾਮ ਦੇ ਵਿੱਚ ਵੀ ਪਾ ਦਿੰਦਾ, ਵੀਡੀਓ ਥੱਲੇ ਵੀ ਉਹ ਵੀਡੀਓ ਦਾ ਲਿੰਕ ਪਾ ਦਿੰਦਾ ਮੈਂ, ਅਤੇ ਉਹ ਵੀਡੀਓ ਸਾਰੇ ਬੱਚਿਆਂ ਨੇ ਦੇਖ ਲਓ ਦਰਿਆ ਵਾਲੀ। ਠੀਕ ਹੈ, ਬਾਹਲੇ ਦਰੇ ਨਹੀਂ ਹੈਗੇ, ਕੋਈ ਥੋੜ੍ਹੀ ਹੈਗੇ, 15-20 ਹੈਗੇ, 15 ਕੀ ਹੈ ਉਹ ਯਾਦ ਕਰ ਲਓ। ਇਹ ਹੈਗਾ ਪੁੱਤਰੋ ਹਿਮਾਚਲ ਪ੍ਰਦੇਸ਼ ਦੇ ਵਿੱਚ। ਆਂਧਰਾ ਪ੍ਰਦੇਸ਼ ਦੇ ਵਿੱਚ ਕੋਈ ਦਰਾ ਨਹੀਂ ਕਰਵਾਇਆ, ਅਰੁਣਾਚਲ ਪ੍ਰਦੇਸ਼ ਦੇ ਵਿੱਚ 3-4। ਪਾਕਿਸਤਾਨ ਦੇ ਨਾਲ ਜਿਹੜਾ ਦਰਾ ਲੱਗਦਾ ਹੈਗਾ ਖੈਬਰ ਦਰਾ। ਠੀਕ ਹੈ, A ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। ਨਥੂਲਾ ਦਰਾ ਕਿੱਥੇ ਹੈ? ਨਥੂਲਾ ਸੀ ਇੱਕ ਕਰਵਾਇਆ ਤੁਹਾਨੂੰ ਮੈਂ, ਇੱਕ ਜਲੀਪ,
ਠੀਕ ਆ। ਇਹ ਦੋਨੇ ਜਿਹੜੇ ਕਰਵਾਏ ਸੀ ਮੈਂ, ਇਹ ਕਰਵਾਏ ਸੀ ਦੋਨੋਂ ਮੈਂ ਸਿੱਕਮ ਦੇ ਵਿੱਚ, ਠੀਕ ਹੈ। ਦੋਨੇ ਸਿੱਕਮ ਦੇ ਵਿੱਚ, ਨਥੀਲਾ ਅਤੇ ਜਲੀਪ। ਇਹ ਨੰਬਰ ਆਪਸ਼ਨ ਇਹਦਾ ਆਨਸਰ ਹੈ। ਇਸ ਤੋਂ ਬਾਅਦ ਅਗਲਾ ਕਹਿੰਦੇ ਜਿਹੜਾ ਜਿਮ ਕਾਰਬੇਟ ਨੈਸ਼ਨਲ ਪਾਰਕ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਮ ਕਾਰਬੇਟ ਇਹਨੂੰ ਹੈਲੇ ਪਾਰਕ ਵੀ ਕਹਿੰਦੇ ਨੇ, ਦੂਸਰਾ ਨਾਮ ਇਹਦਾ ਹੈਲੇ ਹੈ। ਇੱਕ ਪੇਪਰ ਹੋਇਆ ਸੀ ਉਹਦੇ ਵਿੱਚ ਹੈਲੇ ਲਿਖਿਆ ਆ ਗਿਆ ਸੀ ਨਾਮ। ਤਾਂ ਇਹ ਕਿੱਥੇ ਹੈਗਾ ਜਿਮ ਕਾਰਬੇਟ ਨੈਸ਼ਨਲ ਪਾਰਕ ਜਾਂ ਹੈਲੇ ਪਾਰਕ, ਕਿੱਥੇ, ਇੱਕ ਹੀ ਨਾਮ ਹੈ ਦੋਨੇ। ਤਾਂ ਇਹ ਭਾਈ ਹੈਗਾ ਗਾ ਮੁੰਬਈ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਝਾਰਖੰਡ ਦੇ ਵਿੱਚ, ਯੂਪੀ ਦੇ ਵਿੱਚ। ਦੱਸੋ ਭਾਈ। ਤਾਂ ਇਹਦਾ ਸਹੀ ਆਨਸਰ ਹੈਗਾ ਆਪਸ਼ਨ ਨੰਬਰ ਬੀ, ਕਿੱਥੇ ਹੈ, ਉੱਤਰਾਖੰਡ ਦੇ ਵਿੱਚ। ਆਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ ਸਟ੍ਰੈਟਜੀ ਦੇ ਪੱਖੋਂ। ਖੁਜਰਾਹੋ ਦੇ ਮੰਦਰਾਂ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਖੁਜਰਾਹੋ ਦੇ ਮੰਦਰ ਇਹਦਾ ਨਿਰਮਾਣ ਕਰਾਇਆ ਸੀ ਭਾਈ ਚੰਦੇਲਾਂ ਨੇ, ਹੂਣ ਨੇ, ਮੁਗਲ ਨੇ, ਕਿ ਕਿਸੇ ਨੇ ਨਹੀਂ। ਤਾਂ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ ਏ, ਚੰਦੇਲ ਵੰਸ਼ ਨੇ ਖੁਜਰਾਹੋ ਦਾ ਉਹ ਕਰਵਾਇਆ ਸੀ। ਖੁਜਰਾਹੋ ਦੇ ਮੰਦਰ ਕਿੱਥੇ ਤੁਸੀਂ ਦੱਸਣਾ। ਮੱਧ ਪ੍ਰਦੇਸ਼ ਦੇ ਵਿੱਚ ਹੈ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਇਹਦਾ ਹੱਲ ਤੁਸੀਂ ਕਰਨਾ। ਓਕੇ ਜੀ। ਇਸ ਤੋਂ ਬਾਅਦ ਅੱਗੇ ਕ੍ਰਿਸਟੀਆਨੋ ਰੋਨਾਲਡੋ ਕਿਸ ਦੇਸ਼ ਦੇ ਖਿਡਾਰੀ ਹਨ? ਕਿ ਕ੍ਰਿਸਟੀਆਨੋ ਰੋਨਾਲਡੋ ਹੈ, ਇਹ ਕਿਸ ਦੇਸ਼ ਦੇ ਖਿਡਾਰੀ ਹੈ? ਕਹਿੰਦੇ ਪੁਰਤਗਾਲ, ਯੂਰਪ, ਅਮਰੀਕਾ ਕਿ ਜਾਪਾਨ। ਤਾਂ ਆਨਸਰ ਨੰਬਰ ਆਪਸ਼ਨ ਹੈਗਾ ਗਾ ਏ, ਪੁਰਤਗਾਲ ਦੇ ਹੈ। ਇਸ ਤੋਂ ਬਾਅਦ ਰੀਜਨਿੰਗ ਦਾ ਤੁਹਾਨੂੰ ਇੰਨੀ ਜਿਹੜੀ ਆਪਣੀ ਰਾਜਨੀਤੀ ਹੈ, ਪੋਲੀਟਿਕ, ਇਹ ਤਾਂ ਤੁਹਾਨੂੰ ਇੰਨੀ ਵਧੀਆ ਕਰਵਾਈ ਵੀ ਹੈ ਕਿ ਕੋਈ ਬੱਚਾ ਨਹੀਂ ਹੋਣਾ ਜਿਹਨੂੰ ਆਪਰੇਸ਼ਨ ਨਾ ਹੁੰਦਾ ਹੋਵੇ। ਕਿ ਭਾਰਤ ਦੇ ਵਿੱਚ ਇੱਕ ਰਾਸ਼ਟਰਪਤੀ ਹੋਵੇਗਾ, ਕਿਸ ਆਰਟੀਕਲ ਦੇ ਵਿੱਚ ਕਿਹਾ ਗਿਆ ਹੈਗਾ? ਇਹਦਾ ਹਰੇਕ ਬੱਚੇ ਨੂੰ ਪਤਾ ਹੋ ਜਿਹਨੇ ਮੇਰਾ ਪੋਲੀਟਿਕ ਦਾ ਲੈਕਚਰ ਲਾਇਆ ਹੈਗਾ। ਤਾਂ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ ਏ, ਆਰਟੀਕਲ 52 ਦੇ ਵਿੱਚ ਕਿਹਾ ਗਿਆ ਹੈਗਾ ਕਿ ਭਾਰਤ ਦੇ ਵਿੱਚ ਇੱਕ ਰਾਸ਼ਟਰਪਤੀ ਹੋਵੇਗਾ। ਅਤੇ ਇਸ ਤੋਂ ਬਾਅਦ ਅਗਲਾ ਕਹਿੰਦੇ ਰਾਸ਼ਟਰਪਤੀ ਕੋਲ ਅਧਿਆਦੇਸ਼ ਦੀ ਸ਼ਕਤੀ ਕਿਸ ਆਰਟੀਕਲ ਦੇ ਅੰਡਰ ਆਉਂਦੀ ਹੈ? ਅਧਿਆਦੇਸ਼ ਜਾਰੀ ਕਰ ਸਕਦਾ ਇਹ, ਠੀਕ ਹੈ। ਇਹਦੀ ਸ਼ਕਤੀ ਕਿਹੜੇ ਆਰਟੀਕਲ ਦੇ ਵਿੱਚ ਇਹ ਆਉਂਦੀ ਹੈ? ਇਹਦੇ ਕੋਲ 123 ਆਰਟੀਕਲ ਦੇ ਵਿੱਚ। ਇਸ ਤੋਂ ਬਾਅਦ ਜੁਆਇੰਟ ਸੀਟਿੰਗ, ਜੁਆਇੰਟ ਸੀਟਿੰਗ ਨੂੰ ਕੌਣ ਸੰਭਾਲਦਾ ਜਾਂ ਕੌਣ ਹੈਂਡਲ ਕਰਦਾ? ਦੇਖੋ ਜਿਹੜੀ ਜੁਆਇੰਟ ਸੀਟਿੰਗ ਹੁੰਦੀ ਹੈ ਹੁੰਦਾ ਕੀ ਹੈ, ਪਹਿਲਾਂ ਤਾਂ ਇਹ ਸਮਝੋ। ਜਿਹੜੀ ਜੁਆਇੰਟ ਸੀਟਿੰਗ ਹੁੰਦੀ ਹੈ ਇਹਦੀ ਅਥਾਰਟੀ ਹੁੰਦੀ ਹੈ ਰਾਸ਼ਟਰਪਤੀ ਕੋਲੇ। ਜਿਹੜੀ ਜੁਆਇੰਟ ਸੀਟਿੰਗ ਹੈ ਸਿਰਫ ਰਾਸ਼ਟਰਪਤੀ ਬੁਲਾ ਸਕਦਾ, ਠੀਕ ਹੈ, ਬੁਲਾ ਰਾਸ਼ਟਰਪਤੀ ਸਕਦਾ ਇਹਨੂੰ। ਇਹ ਗੱਲ ਯਾਦ ਰੱਖਣੀ। ਜੇ ਪੁੱਛ ਲਿਆ ਕਿ ਜੁਆਇੰਟ ਸੀਟਿੰਗ ਨੂੰ ਕੌਣ ਬੁਲਾ ਸਕਦਾ, ਕਿਹਦੇ ਕੋਲੇ ਪਾਵਰ ਹੈ, ਤਾਂ ਉਹ ਹੈਗੀ ਆ ਰਾਸ਼ਟਰਪਤੀ ਕੋਲੇ। ਜੁਆਇੰਟ ਸੀਟਿੰਗ ਦੇ ਵਿੱਚ ਕੀ ਹੁੰਦਾ? ਰਾਜ ਸਭਾ ਪਲੱਸ ਲੋਕ ਸਭਾ, ਦੋਨਾਂ ਦੇ ਜਿਹੜੇ ਸੈਸ਼ਨ ਹੈਗੇ ਉਹਨਾਂ ਨੂੰ ਇਕੱਠਿਆਂ ਨੂੰ ਬੁਲਾ ਸਕਦਾ ਹੈਗਾ, ਠੀਕ ਹੈ। ਜਿਵੇਂ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਜਦੋਂ ਇੱਕ ਕਲਾਸ ਦੇ ਵਿੱਚ ਬੱਚੇ ਘੱਟ ਹੁੰਦੇ ਸੀ, ਦੂਸਰੀ ਕਲਾਸ ਦੇ ਵਿੱਚ ਬੱਚੇ ਘੱਟ ਹੁੰਦੇ ਸੀ, ਤਾਂ ਆਪਣੇ ਮਾਸਟਰ ਨਹੀਂ ਅਤੇ ਦੂਜੀ ਅਤੇ ਤੀਜੀ ਕਲਾਸ ਨੂੰ ਜੇ ਆਪਾਂ ਇਕੱਠੇ ਕਰਦੇ ਸੀ, ਇੱਕ ਦਿਨ ਇਕੱਠੀਆਂ ਕਲਾਸਾਂ ਲਾ ਲੈਂਦੇ ਸੀ, ਠੀਕ ਹੈ। ਤਾਂ ਉਹ ਚੀਜ਼ ਹੁੰਦੀ ਹੈ ਜੁਆਇੰਟ ਸੀਟਿੰਗ। ਇਹ ਜੁਆਇੰਟ ਸੀਟਿੰਗ ਰਾਜ ਸਭਾ ਜਾਂ ਲੋਕ ਸਭਾ ਦੇ ਮੈਂਬਰ ਇਕੱਠੇ ਬਹਿੰਦੇ ਆ। ਇਹ ਜੁਆਇੰਟ ਸੀਟਿੰਗ ਕੌਣ ਬੁਲਾ ਸਕਦਾ? ਇਹ ਜੁਆਇੰਟ ਸੀਟਿੰਗ ਬੁਲਾ ਸਕਦਾ ਓਨਲੀ ਅਤੇ ਓਨਲੀ ਰਾਸ਼ਟਰਪਤੀ, ਠੀਕ ਹੈ। ਅਤੇ ਪਰ ਇਹਨੂੰ ਹੈਂਡਲ ਕੌਣ ਕਰੂਗਾ, ਕੌਣ ਸੰਭਾਲੂਗਾ ਇਹਨਾਂ ਨੂੰ? ਇਹਨਾਂ ਨੂੰ ਕੌਣ ਸੰਭਾਲੂਗਾ? ਇਹਨਾਂ ਨੂੰ ਸੰਭਾਲੂਗਾ ਭਾਈ ਇਹ ਆਪਣਾ ਲੋਕ ਸਭਾ ਦਾ ਸਪੀਕਰ, ਠੀਕ ਹੈ। ਹੈਂਡਲ ਕੌਣ ਕਰਦਾ? ਇਹ ਪੁੱਛਿਆ ਜੇ ਪੁੱਛਦੇ ਕਿ ਜੁਆਇੰਟ ਸੀਟਿੰਗ ਨੂੰ ਕੌਣ ਬੁਲਾਉਂਦਾ ਹੈ, ਤਾਂ ਉਹ ਬੁਲਾਉਂਦਾ ਭਾਈ ਆਪਣਾ ਰਾਸ਼ਟਰਪਤੀ। ਸੇਬ ਦੇ ਵਿੱਚ ਕਿਹੜਾ ਐਸਿਡ ਹੁੰਦਾ ਭਾਈ? ਸੇਬ ਦੇ ਵਿੱਚ ਕਿਹੜਾ ਐਸਿਡ ਹੁੰਦਾ ਦੱਸੋ ਭਾਈ? ਸੇਬ ਦੇ ਵਿੱਚ ਹੁੰਦਾ ਆਪਣਾ ਮੈਲਿਕ ਐਸਿਡ, ਠੀਕ ਹੈ। ਕਾਰਬੋਜੀਕਲ ਐਸਿਡ ਨਹੀਂ ਹੁੰਦਾ। ਕਾਰਬੋਜੀਕਲ ਐਸਿਡ ਤਾਂ ਆਪਣਾ ਉਹਦੇ ਵਿੱਚ ਹੁੰਦਾ ਹੈ, ਵਿਟਾਮਿਨ ਸੀ 'ਚ ਹੁੰਦਾ ਤਾਂ ਸ਼ਾਇਦ। ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਅਗਲੇ 'ਤੇ। ਬਿਜਲੀ ਵਿੱਚ ਇਮਲੀ ਦੇ ਵਿੱਚ ਕਿਹੜਾ ਐਸਿਡ ਹੁੰਦਾ ਗਾ? ਇਮਲੀ ਵਿੱਚ ਕਹਿੰਦੇ ਫੋਲਿਕ ਐਸਿਡ ਹੁੰਦਾ, ਟਾਟਰਿਕ ਐਸਿਡ ਹੁੰਦਾ, ਮੈਲਿਕ ਐਸਿਡ ਹੁੰਦਾ ਕਿ ਕੋਈ ਨਹੀਂ ਹੁੰਦਾ? ਤਾਂ ਇਹਦੇ 'ਚ ਭਾਈ ਜਿਹੜਾ ਐਸਿਡ ਹੁੰਦਾ ਗਾ ਇਮਲੀ ਦੇ ਵਿੱਚ, ਇਹ 'ਚ ਹੁੰਦਾ ਟਾਟਰਿਕ ਐਸਿਡ ਹੁੰਦਾ। ਐਸਿਡ ਸਾਰੇ ਯਾਦ ਕਰ ਲਿਓ ਚੰਗੀ ਤਰ੍ਹਾਂ। ਇਸ ਤੋਂ ਬਾਅਦ ਆਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਦੁੱਧ ਦਹੀਂ ਦੇ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਹੈ? ਤਾਂ ਦੁੱਧ ਦਹੀਂ ਦੇ ਵਿੱਚ ਭਾਈ ਜਿਹੜਾ ਐਸਿਡ ਪਾਇਆ ਜਾਂਦਾ ਉਹ ਪਾਇਆ ਜਾਂਦਾ ਕਹਿੰਦੇ ਮੈਲਿਕ, ਟਾਟਰਿਕ, ਲੈਕਸਡ ਅਤੇ ਐਸੀਟਿਕ। ਤਾਂ ਦੁੱਧ ਦੀ ਕਿਤੇ ਵੀ ਗੱਲ ਆ ਜਾਏ, ਕਿਤੇ ਵੀ ਦੁੱਧ ਦੀ ਗੱਲ ਆ ਜਾਏ ਤਾਂ ਉੱਥੇ ਲੈਕਟਸ ਹੀ ਆਊਗਾ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਅਤੇ ਲੈਕਟਸ ਦੇ ਨਾਲ ਸੰਬੰਧਿਤ ਹੈ ਲੂਇਸ ਪਾਸਚਰ ਜਿਹੜਾ ਇਹ ਦੁੱਧ ਦੇ ਨਾਲ ਸੰਬੰਧਿਤ ਹੈਗਾ। ਇਹਨੇ ਕੀ ਕੀਤਾ? ਲੂਇਸ ਪਾਸਚਰ ਨੇ ਪਾਸਜੀਕਰਨ ਦਾ ਸਿਧਾਂਤ ਦਿੱਤਾ ਸੀ ਕਿ ਦੁੱਧ ਨੂੰ ਉਹਨੇ ਉਬਾਲ ਕੇ ਕਿਹਾ ਸੀ, ਦੁੱਧ ਨੂੰ ਉਬਾਲ ਕੇ ਉਹ 'ਚ ਕੀਟਾਣੂ ਖਤਮ ਕੀਤੇ ਜਾ ਸਕਦੇ ਆ। ਇਹ ਗੱਲ ਕਿਹਨੇ ਕਹੀ ਸੀ? ਲੂਇਸ ਪਾਸਚਰ ਨੇ ਕਹੀ ਸੀ। ਅਤੇ ਲੈਕਟਿਕ ਦੁੱਧ ਦੀ ਕਿਤੇ ਵੀ ਗੱਲ ਆ ਗਈ ਤਾਂ ਉੱਥੇ ਲੈਕਟੋ ਜਾਂ ਲੈਕਟਸ ਹੀ ਆਊਗਾ ਆਨਸਰ। ਤਾਂ ਆਪਸ਼ਨ ਨੰਬਰ ਸੀ ਇਹਦਾ ਬਿਲਕੁਲ ਸਹੀ ਆਨਸਰ ਹੈ। ਸਿਰਕੇ ਦੇ ਵਿੱਚ ਕਿਹੜਾ ਐਸਿਡ ਹੁੰਦਾ? ਆਪਾਂ ਖਾਂਦੇ ਤੇ ਆਪਾਂ ਜਾਂਦੇ ਹਾਂ ਕਿਤੇ ਹੋਟਲ 'ਤੇ ਜਾਂਦੇ ਹਾਂ, ਆਪਾਂ ਕਹਿੰਦੇ ਨੇ ਵੀ ਸਿਰਕੇ ਦਾ ਪਿਆਜ਼ ਲਿਆ ਕੇ ਦੇ, ਠੀਕ ਹੈ। ਅਤੇ ਸਿਰਕੇ ਦੇ ਵਿੱਚ ਕਿਹੜਾ ਪਿਆਜ਼ ਹੁੰਦਾ? ਕਹਿੰਦੇ ਟਾਈਟਰਿਕ ਐਸਿਡ, ਐਸੀਟਿਕ ਐਸਿਡ, ਮੋਲਿਕ ਐਸਿਡ ਕਿ ਫੋਲਿਕ ਐਸਿਡ? ਫੋਲਿਕ ਐਸਿਡ ਤਾਂ ਹੋ ਹੀ ਨਹੀਂ ਸਕਦਾ, ਠੀਕ ਹੈ।
ਤਾਂ ਆਪਸ਼ਨ ਹੈ ਮੈਲਿਕ ਐਸਿਡ ਵੀ ਹੋ ਸਕਦਾ, ਸੇਬ 'ਚ ਹੁੰਦਾ। ਰੌਲਾ ਰਹੇਗਾ ਟਾਟਰ, ਟਾਟਰ ਇਮਲੀ 'ਚ ਹੁੰਦਾ ਗਾ, ਠੀਕ ਹੈ। ਐਲੀਮੀਨੇਟ ਕਰਨਾ ਸਿੱਖੋ ਤਾਂ ਰੌਲਾ ਕੱਟ ਕਟਾ ਕੇ ਆਪਣੇ ਕੋਲ ਬਚ ਗਿਆ ਆਪਸ਼ਨ ਨੰਬਰ ਬੀ, ਐਸੀਟਿਕ ਐਸਿਡ, ਠੀਕ ਹੈ। ਸਿਰਕੇ ਵਿੱਚ ਕਿਹੜਾ ਐਸਿਡ ਹੁੰਦਾ ਗਾ? ਐਸੀਟਿਕ ਐਸਿਡ ਹੁੰਦਾ ਗਾ, ਇਹ ਗੱਲ ਯਾਦ ਰੱਖ। ਇਸ ਤੋਂ ਬਾਅਦ ਆ ਗਿਆ ਨਿੰਬੂ ਅਤੇ ਖੱਟੇ ਪਦਾਰਥਾਂ ਦੇ ਵਿੱਚ ਕਿਹੜਾ ਐਸਿਡ ਹੁੰਦਾ ਗਾ? ਨਿੰਬੂ ਅਤੇ ਖੱਟੇ ਪਦਾਰਥਾਂ ਦੇ ਵਿੱਚ ਭਾਈ ਮੈਲਿਕ ਐਸਿਡ ਤਾਂ ਹੋ ਨਹੀਂ ਸਕਦਾ, ਤਾਂ ਸੇਬ 'ਚ ਹੁੰਦਾ ਗਾ, ਮੰਮੇ ਤੋਂ ਸੱਸਾ ਬਣਾ ਲਿਓ, ਠੀਕ ਹੈ। ਅਤੇ ਆਹ ਐਸਿਡ ਵੀ ਨਹੀਂ ਹੁੰਦਾ, ਤਾਂ ਸਾਈਟਰਿਕ ਐਸਿਡ ਹੁੰਦਾ, ਇਹਨੂੰ ਸਿਟਰਿਕ ਐਸਿਡ ਵੀ ਕਹਿ ਦਿੰਦੇ ਆ, ਠੀਕ ਹੈ। ਸਿਟਰਿਕ ਐਸਿਡ ਹੁੰਦਾ ਕਿਹਦੇ 'ਚ? ਨਿੰਬੂ ਅਤੇ ਖੱਟੇ ਫਲਾਂ ਦੇ ਵਿੱਚ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਟਮਾਟਰ ਦੇ ਵਿੱਚ ਕਿਹੜਾ ਐਸਿਡ ਹੁੰਦਾ ਗਾ? ਟਮਾਟਰ ਦੇ ਵਿੱਚ ਸਾਈਟਰਿਕ ਐਸਿਡ ਤਾਂ ਹੋ ਹੀ ਨਹੀਂ ਸਕਦਾ ਟਮਾਟਰ ਦੇ ਵਿੱਚ, ਕਿਉਂਕਿ ਇਹ ਤਾਂ ਖੱਟੇ ਫਲਾਂ ਦੇ ਵਿੱਚ ਹੁੰਦਾ ਗਾ, ਦੋਨੋਂ ਤਾਂ ਹੋ ਹੀ ਨਹੀਂ ਸਕਦੇ ਆਪਸ਼ਨ ਵੀ ਕੱਟੇ, ਕੋਈ ਨਹੀਂ ਵਾਲਾ ਵੀ ਨਹੀਂ ਆ ਸਕਦਾ। ਤਾਂ ਆਕਸਜੈਲਿਕ ਐਸਿਡ ਹੁੰਦਾ ਜਿਹੜਾ ਇਹ ਟਮਾਟਰ ਦੇ ਵਿੱਚ ਹੁੰਦਾ, ਇਹ ਗੱਲ ਯਾਦ ਰੱਖਣੀ ਹੈ। ਕਿਡਨੀ ਦੇ ਵਿੱਚ ਵੀ ਪੱਥਰੀ ਬਣ ਜਾਂਦੀ ਹੁੰਦੀ ਹੈ, ਅਤੇ ਪਿੱਤੇ ਦੇ ਵਿੱਚ ਵੀ ਪੱਥਰੀ ਬਣ ਜਾਂਦੀ ਹੁੰਦੀ ਹੈ। ਤੁਹਾਨੂੰ ਪਤਾ ਕਿ ਪਿੱਤੇ ਅਤੇ ਕਿਡਨੀ ਦੇ ਵਿੱਚ ਪੱਥਰੀ ਬਣ ਜਾਂਦੀ ਹੁੰਦੀ ਹੈ। ਕਿਡਨੀਆਂ ਕਿੰਨੀਆਂ ਹੁੰਦੀਆਂ ਆਪਣੇ? ਦੱਸੋ ਬਾਈ, ਕਿਡਨੀਆਂ ਕਿੰਨੀਆਂ ਹੁੰਦੀਆਂ ਹੈਗੀਆਂ? ਤੁਸੀਂ ਦੱਸਣਾ, ਗੱਲ ਜਮਾ ਸੌਖਾ ਆਪਰੇਸ਼ਨ ਹੈਗਾ, ਠੀਕ ਹੈ। ਮੈਂ ਨਹੀਂ ਦੱਸਦਾ, ਤੁਸੀਂ ਦੱਸਣਾ ਕਿਡਨੀਆਂ ਕਿੰਨੀਆਂ ਹੁੰਦੀਆਂ। ਕਿਡਨੀ ਦੇ ਵਿੱਚ ਜਿਹੜੀ ਪੱਥਰੀ ਹੁੰਦੀ ਹੈ, ਇਹ ਕਿਸ ਦੀ ਬਣੀ ਹੁੰਦੀ ਹੈ? ਲੋਹੇ ਦੀ, ਕੈਲਸ਼ੀਅਮ ਆਕਸਲੇਟ ਦੀ, ਫਿਨੋਲ ਦੀ, ਕਾਰਬਨ ਦੀ। ਤਾਂ ਇਹ ਗੱਲ ਯਾਦ ਰੱਖ ਲਓ, ਜਿਹੜੀ ਪਿੱਤੇ ਦੇ ਵਿੱਚ ਜਾਂ ਕਿਡਨੀ ਦੇ ਵਿੱਚ ਕਿਤੇ ਵੀ ਆਪਣੀ ਪੱਥਰੀ ਬਣਦੀ ਹੈ, ਇਹ ਹੁੰਦੀ ਹੈ ਆਪਣੀ ਕੈਲਸ਼ੀਅਮ ਆਕਸਲੇਟ ਦੀ ਬਣਦੀ ਹੈ, ਇਹ ਗੱਲ ਯਾਦ ਰੱਖਣੀ ਹੈ। ਕਿਹਦੀ? ਕੈਲਸ਼ੀਅਮ ਆਕਸਲੇਟ ਦੀ। ਇਹ ਜਿਹੜੇ ਸਾਰੇ ਪੇਪਰ ਕਰਾਈ ਜਾਂਦੇ ਭਾਈ, ਸਾਰੇ ਆਏ ਹੋਏ ਪੇਪਰ ਦੇ ਵਿੱਚ, ਗੱਲ ਯਾਦ ਰੱਖਣੀ ਹੈ। ਆਪਣੇ ਅੰਦਰ ਇੱਕ ਤੇਜ਼ਾਬ ਹੁੰਦਾ ਹੈ, ਮਤਲਬ ਆਪਾਂ ਕੋਈ ਆਪਣੇ ਬੀ ਅੰਦਰ ਲੰਘ ਗਿਆ, ਠੀਕ ਹੈ। ਕੋਈ ਬੰਦਾ ਚਿਕਨ ਖਾਂਦਾ ਹੁੰਦਾ, ਉਹਦੇ ਹੱਡੀ ਅੰਦਰ ਲੰਘ ਗਈ, ਠੀਕ ਹੈ। ਉਹ ਸਖਤ ਚੀਜ਼ ਅੰਦਰ ਲੰਘ ਜਾਂਦੀ ਆਪਣੇ ਸਰੀਰ ਦੇ ਵਿੱਚ, ਠੀਕ ਹੈ। ਅਤੇ ਉਦੋਂ ਕੀ ਹੁੰਦਾ ਗਾ? ਆਪਣੇ ਸਰੀਰ ਦੇ ਵਿੱਚ ਇੱਕ ਤੇਜ਼ਾਬ ਹੁੰਦਾ ਗਾ, ਆਪਣੇ ਪੇਟ ਦੇ ਵਿੱਚ 4 ਘੰਟੇ ਭੋਜਨ ਰਹਿੰਦਾ ਗਾ, 4 ਘੰਟੇ ਆਪਣੇ ਸਰੀਰ ਦੇ ਵਿੱਚ ਭੋਜਨ ਰਹਿੰਦਾ ਗਾ। ਜਦੋਂ ਕੋਈ ਵੀ ਚੀਜ਼ ਆਪਣੇ ਸਰੀਰ ਦੇ ਅੰਦਰ ਵਗ ਗਈ ਤਾਂ ਉਹਦੇ ਆਪਣੇ ਸਰੀਰ ਦੇ ਵਿੱਚ ਇੱਕ ਤੇਜ਼ਾਬ ਹੁੰਦਾ ਗਾ, ਏ ਨੰਬਰ ਆਪਸ਼ਨ HCl, ਹਾਈਡਰੋਲਿਕ ਕਲੋਰੋ ਐਸਿਡ, ਠੀਕ ਹੈ। ਹਾਈਡਰੋਲਿਕ ਐਸਿਡ, ਇਹ ਗੱਲ ਯਾਦ ਰੱਖਣੀ, ਹਾਈਡਰੋਲਿਕ ਐਸਿਡ ਹੁੰਦਾ HCl ਦਾ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਅਤੇ ਜਿਹੜਾ pH ਮਾਨ ਹੁੰਦਾ, ਉਹ ਹੁੰਦਾ 1.5 ਤੋਂ 2.5 ਦੇ ਵਿੱਚ ਇਹਦਾ pH ਮਾਨ ਹੁੰਦਾ ਕਿਹਦਾ? ਤੇਜ਼ਾਬ ਦਾ। ਇਹ ਆਪਾਂ ਕੋਈ ਵੀ ਚੀਜ਼ ਖਾਣੇ ਨੂੰ ਸਾਰੇ ਨੂੰ ਗਾਲਦਾ ਗਾ, ਤਾਂ ਮੰਨ ਲਓ ਜਿਹੜੇ ਕੀਟਾਣੂ ਹੁੰਦੇ ਆ ਖਾਣੇ 'ਚ ਕਈ ਵਾਰੀ ਆਪਣੇ ਵਗ ਜਾਂਦੇ, ਤਾਂ ਉਹਨਾਂ ਨੂੰ ਵੀ ਇਹ ਮਾਰ ਦਿੰਦਾ। ਤੇਜ਼ਾਬ ਹੁੰਦਾ ਜਿਹੜਾ ਆਪਣੇ ਸਰੀਰ ਦੇ ਵਿੱਚ, ਠੀਕ ਹੈ। ਅਤੇ ਇਹ ਤੇਜ਼ਾਬ ਹੁੰਦਾ ਆਪਣਾ HCl, ਹਾਈਡਰੋਲਿਕ ਕਲੋਰੋ ਐਸਿਡ। ਇਸ ਤੋਂ ਬਾਅਦ ਸਾਈਲੈਂਟ ਬੇਲੀ ਕਿੱਥੇ ਹੈ? ਸਾਈਲੈਂਟ ਬੇਲੀ ਕਿੱਥੇ ਸਥਿਤ ਹੈ? ਦੇਖੋ, ਇਹ ਤੋਂ ਇੱਕ ਟਰਿਕ ਨਾਲ ਯਾਦ ਕਰਾਉਣਾ ਗਾ। ਜਿਹੜੀ ਸਾਈਲੈਂਟ ਰਹਿੰਦਾ, ਜਿਹੜਾ ਬੰਦਾ ਬਹੁਤ ਪੜ੍ਹਿਆ ਲਿਖਿਆ ਹੋਊਗਾ ਨਾ, ਉਹ ਸਾਈਲੈਂਟ ਨਹੀਂ ਰਹਿੰਦਾ। ਸਾਈਲੈਂਟ ਰਹਿੰਦਾ ਉਹ ਬੰਦਾ, ਜਿਹੜਾ ਆਪਣਾ ਕੋਈ ਦੇਸੀ ਜਿਹਾ ਹੁੰਦਾ ਉਹ ਬਾਹਲਾ ਬੋਲਦਾ ਗਾ, ਠੀਕ ਹੈ। ਅਤੇ ਜਿਹੜਾ ਬੰਦਾ ਪੜ੍ਹਿਆ ਲਿਖਿਆ ਹੁੰਦਾ ਸਾਈਲੈਂਟ ਰਹਿੰਦਾ, ਘੱਟ ਬੋਲਦਾ ਗਾ। ਤਾਂ ਪੜ੍ਹੇ ਲਿਖੇ ਲੋਕ ਸਭ ਤੋਂ ਜ਼ਿਆਦਾ ਕਿੱਥੇ ਆ? ਕੇਰਲਾ ਦੇ ਵਿੱਚ। ਤਾਂ ਸਾਈਲੈਂਟ ਵੈਲੀ ਦਾ ਆਨਸਰ ਆ ਜਾਊਗਾ ਕੇਰਲਾ, ਇਹ ਗੱਲ ਯਾਦ ਰੱਖਣੀ ਹੈ। ਸਿਲੀਕੋਨ ਵੈਲੀ ਕਿੱਥੇ ਹੈ ਭਾਈ? ਦੱਸੋ ਜੀ। ਚੇਨਈ ਦੇ ਵਿੱਚ ਆ, ਬੈਂਗਲੌਰ ਦੇ ਵਿੱਚ ਆ, ਮੁੰਬਈ ਦੇ ਵਿੱਚ ਆ, ਹਿਮਾਚਲ ਦੇ ਵਿੱਚ ਆ, ਦੋਨਾਂ ਸਟੇਟਾਂ ਦੇ ਵਿੱਚ ਤਾਂ ਹੈ ਨਹੀਂ ਇਹ। ਚੇਨਈ ਅਤੇ ਬੈਂਗਲੌਰ ਦੇ ਵਿੱਚ ਆਨਸਰ ਹੈਗਾ, ਤਾਂ ਇਹਦਾ ਆਨਸਰ ਹੈਗਾ ਬੈਂਗਲੌਰ, ਠੀਕ ਹੈ। ਤਾਂ ਬੈਂਗਲੌਰ ਦੇ ਵਿੱਚ ਆ ਭਾਈ ਕਿਹੜੀ? ਸਿਲੀਕੋਨ ਵੈਲੀ, ਇਹ ਗੱਲ ਯਾਦ ਰੱਖਣੀ ਹੈ ਪੁੱਤਰੋ। ਇਸ ਤੋਂ ਬਾਅਦ ਆ ਗਿਆ ਆਪਾਂ ਅਗਲੇ 'ਤੇ, ਸਤੀਸ਼ ਧਵਨ ਅੰਤਰਿਕਸ਼ ਕੇਂਦਰ ਕਿਸ ਸਥਾਨ 'ਤੇ ਹੈ? ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ। ਕਿੱਥੇ ਹੈ ਕਹਿੰਦੇ ਭਾਈ? ਦੱਸੋ। ਸ਼੍ਰੀ ਹਰੀਕੋਟਾ ਹੈ, ਨਵੀਂ ਦਿੱਲੀ ਹੈ, ਹੈਦਰਾਬਾਦ ਹੈ ਕਿ ਮੁੰਬਈ ਹੈ? ਤਾਂ ਇਹਦਾ ਸਹੀ ਆਨਸਰ ਹੈਗਾ ਆਪਸ਼ਨ ਨੰਬਰ ਏ, ਸ਼੍ਰੀ ਹਰੀਕੋਟਾ ਭਾਈ। ਇਹ ਕੀ ਹੈਗਾ? ਸਤੀਸ਼ ਧਵਨ ਅੰਤਰਿਕਸ਼ ਕੇਂਦਰ ਹੈਗਾ। ਇਸ ਤੋਂ ਬਾਅਦ ਹਾਕੀ ਦਾ ਜਿਹੜਾ ਵਰਲਡ ਕੱਪ 2030 ਦਾ ਕਿਸ ਦੇਸ਼ ਵਿੱਚ ਹੋਵੇਗਾ? ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ, 100% ਚਾਂਸ ਆ ਪੁੱਛਣ 'ਤੇ। ਜਿਹੜਾ 2023 ਦਾ ਆਪਣਾ ਹਾਕੀ ਦਾ ਮੈਚ ਹੋਣਾ, ਵਰਲਡ ਕੱਪ ਹੋਣਾ, ਕਿਹੜੇ ਦੇਸ਼ ਦੇ ਵਿੱਚ ਹੋਣਾ? ਪਾਕਿਸਤਾਨ 'ਚ ਹੋਣਾ, ਭਾਰਤ ਦੇ ਵਿੱਚ ਹੋਣਾ, ਇਜ਼ਰਾਈਲ ਦੇ ਵਿੱਚ ਹੋਣਾ ਕਿ ਬ੍ਰਿਟੇਨ ਦੇ ਵਿੱਚ ਹੋਣਾ? ਕਰੰਟ ਅਫੇਅਰਾਂ 'ਚ ਕਰਵਾ ਕੇ ਗਿਆ ਮੈਂ ਭਾਈ ਮੈਂ ਇਹ ਹੋਣਾ ਗਾ ਆਪਸ਼ਨ ਨੰਬਰ ਬੀ, ਭਾਰਤ ਦੇ ਵਿੱਚ ਹੋਣਾ ਗਾ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਹਾਕੀ ਦਾ ਜਾਦੂਗਰ ਕਿਸ ਨੂੰ ਕਿਹਾ ਜਾਂਦਾ ਗਾ? ਹਾਕੀ ਦਾ ਜਾਦੂਗਰ ਕਿਸ ਨੂੰ ਕਿਹਾ ਜਾਂਦਾ ਹੈ? ਮੇਜਰ ਧਿਆਨ ਚੰਦ ਨੂੰ, ਮੇਜਰ ਹਰਬੀ ਕੁਮਾਰ ਨੂੰ, ਮੇਜਰ ਬਲਦੇਵ ਸਿੰਘ ਨੂੰ ਕਿ ਕੋਈ ਨਹੀਂ? ਤਾਂ ਜਿਹੜਾ ਹਾਕੀ ਦਾ ਜਾਦੂਗਰ ਆ ਭਾਈ, ਉਹ ਦਿੱਤਾ ਜਾਂਦਾ ਗਾ, ਕਿਹਾ ਜਾਂਦਾ ਗਾ ਮੇਜਰ ਧਿਆਨ ਚੰਦ ਨੂੰ। ਅਤੇ ਇੱਕ ਮੇਜਰ ਧਿਆਨ ਚੰਦ ਅਵਾਰਡ ਵੀ ਦਿੱਤਾ ਜਾਂਦਾ ਗਾ। ਇਹ ਵੀ ਕਿਹੜੇ? ਹਾਕੀ ਦੇ ਖੇਤਰ ਦੇ ਨਾਲ ਹੀ ਸੰਬੰਧਿਤ। ਵੀ ਪੁੱਛ ਲੈਂਦੇ ਆ ਕਿ ਮੇਜਰ ਧਿਆਨ ਚੰਦ ਜਿਹੜਾ ਪੁਰਸਕਾਰ ਹੈ ਜਾਂ ਅਵਾਰਡ ਹੈ, ਇਹ ਕਿਹੜੀ ਖੇਡ ਨਾਲ ਸੰਬੰਧਿਤ ਆ? ਤਾਂ ਇਹ ਹਾਕੀ ਨਾਲ ਸੰਬੰਧਿਤ ਹੈਗਾ, ਠੀਕ ਹੈ। ਇਸ ਤੋਂ ਬਾਅਦ ਆਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਜਿਹੜਾ ਕਾਇਟੋ ਪ੍ਰੋਟੋਕੋਲ ਹੈ, ਇਹ ਕਿਸ ਨਾਲ ਸੰਬੰਧਿਤ ਹੈ? ਕਾਇਟੋ ਪ੍ਰੋਟੋਕੋਲ ਹੈ, ਇਹ ਕਿਸ ਨਾਲ ਸੰਬੰਧਿਤ ਹੈ? ਆਕਸੀਜਨ ਨਾਲ ਸੰਬੰਧਿਤ ਹੈ, ਕਾਰਬਨ ਨਾਲ ਸੰਬੰਧਿਤ ਹੈ, ਗ੍ਰੀਨ ਹਾਊਸ ਨਾਲ ਸੰਬੰਧਿਤ ਹੈ, ਕਲੋਰੋਪਲਾਸਟ ਨਾਲ ਸੰਬੰਧਿਤ ਹੈ? ਤਾਂ ਆਪਾਂ ਜਿਹੜਾ ਕਾਇਟੋ ਪ੍ਰੋਟੋਕੋਲ ਹੈ,
ਇਹ ਗ੍ਰੀਨ ਹਾਊਸ ਨਾਲ ਸੰਬੰਧਿਤ ਹੈ। ਕਿਹਦੇ ਨਾਲ? ਗ੍ਰੀਨ ਹਾਊਸ ਨਾਲ। ਹੁਣ ਤੁਹਾਨੂੰ ਇਹ ਸਮਝਣਾ ਕਿ ਗ੍ਰੀਨ ਹਾਊਸ ਪ੍ਰਭਾਵ ਹੁੰਦਾ ਕੀ ਹੈਗਾ। ਠੀਕ ਹੈ, ਇਹ ਸਮਝੋ ਗ੍ਰੀਨ ਹਾਊਸ ਪ੍ਰਭਾਵ ਹੁੰਦਾ ਕੀ ਹੈ। ਦੇਖੋ ਜਿਵੇਂ ਕਿ ਆਪਣੇ ਸੂਰਜ ਹੈ, ਠੀਕ ਹੈ, ਆਹ ਆਪਣੇ ਸੂਰਜ ਹੈਗਾ ਅਤੇ ਆਹ ਆਪਣੀ ਧਰਤੀ ਹੈ। ਠੀਕ ਹੈ, ਆਹ ਸੂਰਜ ਹੋ ਗਿਆ, ਆਹ ਆਪਣੀ ਧਰਤੀ ਹੋ ਗਈ। ਇਸ ਤੋਂ ਬਾਅਦ ਕੀ ਹੁੰਦਾ ਗਾ, ਸੂਰਜ ਤੋਂ ਕਿਰਨਾਂ ਆਉਂਦੀਆਂ ਸਿੱਧੀਆਂ ਧਰਤੀ ਦੇ ਐਸ ਰੂਟ। ਠੀਕ ਹੈ, ਸੂਰਜ ਤੋਂ ਕਿਰਨਾਂ, ਇੱਥੇ ਇੱਕ ਪਰਤ ਬਣੀ ਵੀ ਹੁੰਦੀ ਹੈ ਆਪਣੇ, ਇੱਥੇ ਆਹ ਇੱਕ ਪਰਤ ਬਣੀ ਵੀ ਹੁੰਦੀ ਹੈ। ਜਿਹੜੀਆਂ ਸੂਰਜ ਦੀਆਂ ਕਿਰਨਾਂ ਹੈਗੀਆਂ, ਆਹ ਕਿਰਨਾਂ ਆ ਰਹੀਆਂ ਨੇ ਸੂਰਜ ਤੋਂ, ਇਹ ਸਿੱਧੀਆਂ ਧਰਤੀ 'ਤੇ ਆਉਂਦੀਆਂ। ਧਰਤੀ 'ਤੇ ਆਉਣ ਤੋਂ ਪਹਿਲਾਂ ਇਹਨੂੰ ਓਜ਼ੋਨ ਦੀ ਪਰਤ ਹੁੰਦੀ ਹੈ। ਓਜ਼ੋਨ ਦੀ ਪਰਤ ਨੂੰ O3 ਕਹਿ ਦਿੰਦੇ ਆਪਾਂ। ਜਿਹੜੀ ਓਜ਼ੋਨ ਦੀ ਪਰਤ ਹੈ, ਜਿਹੜੀ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਹੁੰਦੀਆਂ ਇਹਨਾਂ ਨੂੰ ਰੋਕ ਲੈਂਦੀ ਹੈ। ਅੱਧੀਆਂ ਕਿਰਨਾਂ ਤੋਂ ਓਜ਼ੋਨ ਦੀ ਪਰਤ ਰੋਕ ਲੈਂਦੀ ਹੈ, ਪਰ ਅੱਧੀਆਂ ਕਿਰਨਾਂ ਧਰਤੀ 'ਤੇ ਆ ਜਾਂਦੀਆਂ। ਅੱਧੀਆਂ ਕਿਰਨਾਂ ਧਰਤੀ 'ਤੇ ਐਂਟਰ ਕਰ ਜਾਂਦੀਆਂ, ਕਿਸੇ ਹਿਸਾਬ ਦੇ ਪ੍ਰਿਥਵੀ 'ਤੇ ਆ ਜਾਂਦੀਆਂ। ਧਰਤੀ ਦੇ ਉੱਤੇ ਕਾਰਬਨ ਡਾਈਆਕਸਾਈਡ ਆਪਣੇ, ਠੀਕ ਹੈ, ਕਾਰਬਨ ਡਾਈਆਕਸਾਈਡ ਹੁੰਦੀ ਹੈ ਜਿਹੜੀ, ਉਹ ਇਹ ਗੈਸਾਂ ਨੂੰ ਸੋਖ ਲੈਂਦੀ ਹੈ ਕਿਰਨਾਂ ਨੂੰ। ਅਲਟਰਾਵਾਇਲਟ ਉਹ ਹੁੰਦੀਆਂ, ਇਹ ਅਲਟਰਾਵਾਇਲਟ ਇਨਫਰਾਰੈਡ ਕਿਰਨਾਂ ਕਹਿ ਦਿੰਦੇ ਇਹਨਾਂ ਨੂੰ, ਪਰਾਵੈਂਗਨੀ ਕਿਰਨਾਂ। ਪਰਾਵੈਂਗਨੀ ਕਿਰਨਾਂ ਹੁੰਦੀਆਂ ਜਿਹੜੀਆਂ ਇਹ ਹੁੰਦੀਆਂ ਹੈਗੀਆਂ, ਇਹਨੂੰ ਕਾਰਬਨ ਡਾਈਆਕਸਾਈਡ ਸੋਖ ਲੈਂਦੀ ਹੈ ਆਪਦੇ ਵਿੱਚ। ਜੋ ਸੋਖ ਲੈਂਦੇ ਉਹਦੇ ਨਾਲ ਆਪਣਾ ਜਿਹੜਾ ਵਾਤਾਵਰਨ ਹੁੰਦਾ ਗਾ, ਆਪਣਾ ਇਨਵਾਇਰਮੈਂਟ ਹੁੰਦਾ, ਉਹਦਾ ਟੈਂਪਰੇਚਰ ਵੱਧ ਜਾਂਦਾ, ਮਤਲਬ ਗਰਮੀ ਹੋ ਜਾਂਦੀ ਹੈ ਬਹੁਤ ਜ਼ਿਆਦਾ, ਟੈਂਪਰੇਚਰ ਵੱਧ ਜਾਂਦਾ। ਤਾਂ ਉਹ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਗ੍ਰੀਨ ਹਾਊਸ ਇਫੈਕਟ ਜਾਂ ਗ੍ਰੀਨ ਹਾਊਸ ਪ੍ਰਭਾਵ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ, ਮੌਂਟਰੀਅਲ ਪ੍ਰੋਟੋਕੋਲ ਦਾ ਸੰਬੰਧ ਕਿਸ ਨਾਲ ਹੈ? ਮੌਂਟਰੀਅਲ ਪ੍ਰੋਟੋਕੋਲ ਦਾ ਸੰਬੰਧ ਕਹਿੰਦੇ ਆਕਸੀਜਨ ਨਾਲ ਹੈ, ਗ੍ਰੀਨ ਹਾਊਸ ਨਾਲ, ਓਜ਼ੋਨ ਪਰਤ ਨਾਲ, ਕਲੋਰੋਪਲਾਸਟ ਨਾਲ ਹੈ। ਤਾਂ ਮੌਂਟਰੀਅਲ ਪ੍ਰੋਟੋਕੋਲ ਦਾ ਸੰਬੰਧ ਭਾਈ ਹੈਗਾ ਆਪਸ਼ਨ ਨੰਬਰ C ਨਾਲ, ਕੀ ਨਾਲ? ਓਜ਼ੋਨ ਪਰਤ ਨਾਲ। ਓਕੇ, ADB ਦਾ ਹੈੱਡਕੁਆਟਰ ਕਿੱਥੇ ਹੈ? ਏਸ਼ੀਅਨ ਡਿਵੈਲਪਮੈਂਟ ਬੈਂਕ। ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ। ਠੀਕ ਹੈ, ਕਹਿੰਦੇ ADB ਦਾ ਹੈੱਡਕੁਆਟਰ ਕਿੱਥੇ ਹੈ? ਮੁੰਬਈ ਦੇ ਵਿੱਚ ਹੈ, ਮਨੀਲਾ ਦੇ ਵਿੱਚ ਹੈ, ਜਾਪਾਨ ਦੇ ਵਿੱਚ ਹੈ ਕਿ ਟੋਕੀਓ ਦੇ ਵਿੱਚ ਹੈ? ਤਾਂ ਭਾਈ ADB ਹੈ ਜਿਹੜੀ ਆਪਣੀ ਏਸ਼ੀਅਨ ਡਿਵੈਲਪਮੈਂਟ ਬੈਂਕ, ਇਹਦਾ ਹੈੱਡਕੁਆਟਰ ਹੈਗਾ ਆਪਸ਼ਨ ਨੰਬਰ B, ਮਨੀਲਾ ਦੇ ਵਿੱਚ। ਓਕੇ, ਇਸ ਤੋਂ ਬਾਅਦ ਅਗਲਾ ਕਹਿੰਦੇ ਜਿਹੜਾ ਸਟਾਕਹੋਮ ਕਨਵੈਨਸ਼ਨ ਹੈ, ਪਹਿਲੀ ਵਾਰ ਕਦੋਂ ਹੋਇਆ ਸੀ? ਸਟਾਕਹੋਮ ਇੱਕ ਸੰਮੇਲਨ ਹੋਇਆ ਸੀ, ਇਹ ਸਭ ਤੋਂ ਪਹਿਲਾਂ ਕਦੋਂ ਹੋਇਆ ਸੀ? ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ। 1914, 1964, 1912। ਤਾਂ ਬਈ ਜਿਹੜਾ ਸਟਾਕਹੋਮ ਕਨਵੈਨਸ਼ਨ ਹੈ, ਇਹ ਸਭ ਤੋਂ ਪਹਿਲਾਂ ਹੋਇਆ ਸੀ ਆਪਸ਼ਨ ਨੰਬਰ D ਦੇ ਵਿੱਚ, 1912 ਦੇ ਵਿੱਚ। ਇਸ ਤੋਂ ਬਾਅਦ ਅਗਲਾ UNEP। ਠੀਕ ਹੈ, UNEP ਹੈ ਜਿਹੜਾ, ਇਹਦਾ ਹੈੱਡਕੁਆਟਰ ਕਿੱਥੇ ਹੈ? ਇਹ ਦੱਸਣਾ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆ ਭਾਈ ਇਹ। ਠੀਕ ਹੈ, ਪੇਪਰ ਦੇ ਵਿੱਚ ਪੁੱਛਣ ਦੇ ਫੁੱਲ ਚਾਂਸ ਨੇ। ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਇਹ ਸਮਝੋ ਕਿ ਇਹਦੀ ਫੁੱਲ ਫਾਰਮ ਕੀ ਹੈ UNEP ਦੀ। ਇਹਦੀ ਫੁੱਲ ਫਾਰਮ ਹੈਗੀ ਹੈ ਯੂਨਾਈਟਿਡ ਨੇਸ਼ਨਸ ਇਨਵਾਇਰਨਮੈਂਟ ਪ੍ਰੋਗਰਾਮ। ਠੀਕ ਹੈ, ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ, ਇਹਦੀ ਫੁੱਲ ਫਾਰਮ ਹੈ ਕਿਹਦੀ? UNEP ਦੀ। ਇਹਦਾ ਹੈੱਡਕੁਆਟਰ ਕਿੱਥੇ ਹੈ ਭਾਈ? ਇਹਦਾ ਹੈੱਡਕੁਆਟਰ ਕਹਿੰਦੇ ਨਿਊਯਾਰਕ ਹੈ, ਕੈਨੇਡਾ, ਪਾਕਿਸਤਾਨ ਹੈ ਕਿ ਨਰੋਬੀ ਹੈ? ਪਾਕਿਸਤਾਨ ਦਾ ਹੋ ਨਹੀਂ ਸਕਦਾ, ਕੈਨੇਡਾ ਵੀ ਨਹੀਂ ਹੋ ਸਕਦਾ। ਆਪਸ਼ਨ ਰਹੇਗੀ A ਨੰਬਰ ਅਤੇ D ਨੰਬਰ। ਤਾਂ ਜੇ ਮੈਂ ਹੁੰਦਾ ਭਾਈ, ਮੈਂ ਤਾਂ ਆਨਸਰ ਲਾ ਕੇ ਆਉਂਦਾ ਹੈਗਾ D ਨੰਬਰ ਆਪਸ਼ਨ। ਤਾਂ D ਹੈ ਭਾਈ ਇਹਦਾ, ਨਰੋਬੀ। ਠੀਕ ਹੈ, ਨਰੋਬੀ ਕਿਹਦੀ ਰਾਜਧਾਨੀ ਹੈ? ਕੀਨੀਆ ਦੀ ਰਾਜਧਾਨੀ ਹੈ ਨਰੋਬੀ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ, ਐਮਨਿਸਟੀ ਇੰਟਰਨੈਸ਼ਨਲ ਦਾ ਹੈੱਡਕੁਆਟਰ ਕਿੱਥੇ ਹੈ? ਐਮਨਿਸਟੀ ਇੰਟਰਨੈਸ਼ਨਲ ਦਾ ਹੈੱਡਕੁਆਟਰ ਕਿੱਥੇ ਹੈ? ਕਹਿੰਦੇ ਦੱਸੋ, ਲੰਡਨ ਹੈ, ਜਨੇਵਾ ਹੈ, ਕੀਨੀਆ ਕਿ ਕੋਈ ਨਹੀਂ? ਤਾਂ ਇਹਦਾ ਆਨਸਰ ਹੈਗਾ ਭਾਈ ਆਪਸ਼ਨ ਨੰਬਰ A, ਲੰਡਨ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਯਾਦ ਰੱਖਣਾ ਕਿਹਦਾ? ਐਮਨਿਸਟੀ ਦਾ। ਇਸ ਤੋਂ ਬਾਅਦ ਅਗਲਾ, OECD ਆਰਗੇਨਾਈਜੇਸ਼ਨ ਫॉर ਇਕੋਨੋਮਿਕ ਕੋਆਪਰੇਟਿਵ ਐਂਡ ਡਿਵੈਲਪਮੈਂਟ ਦਾ ਹੈੱਡਕੁਆਟਰ ਕਿੱਥੇ ਹੈ? OECD ਆਰਗੇਨਾਈਜੇਸ਼ਨ ਫॉर ਇਕੋਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਦਾ ਹੈੱਡਕੁਆਟਰ ਕਿੱਥੇ ਹੈ? ਇਹ ਗੱਲ ਯਾਦ ਰੱਖਣਾ, ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ। ਇਹ ਹੈ ਵੀ ਆਪਸ਼ਨ ਨੰਬਰ D ਦੇ ਵਿੱਚ। ਠੀਕ ਹੈ, ਪੈਰਿਸ ਦੇ ਵਿੱਚ। ਠੀਕ ਹੈ, ਪੈਰਿਸ ਦੇ ਵਿੱਚ OECD ਦਾ ਹੈੱਡਕੁਆਟਰ ਹੈ। OECD ਦੀ ਫੁੱਲ ਫਾਰਮ ਵੀ ਯਾਦ ਕਰ ਲਓ, ਆਰਗੇਨਾਈਜੇਸ਼ਨ ਆਫ ਇਕੋਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ। ਇਸ ਤੋਂ ਬਾਅਦ ILO ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਲੇਬਰ ਡੇ ਮਨਾਇਆ ਜਾਂਦਾ ਹੈਗਾ 1 ਜੂਨ ਨੂੰ, ਇਹ ਗੱਲ ਯਾਦ ਰੱਖਣੀ ਹੈ।
ਠੀਕ ਹੈ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਇਹਦੇ ਦੱਸੋ ਵੀ ਇਹਦਾ ਹੈੱਡਕੁਆਟਰ ਕਿੱਥੇ ਹੈ। ਇਹ ਤੁਸੀਂ ਦੱਸਣਾ, ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਭਾਈ ਪ੍ਰਸ਼ਨ ਹੱਲ ਕਰਨ ਦੀ ਨਾਲ ਦੇ ਨਾਲ। ਦੱਸੋ ਭਾਈ। ਠੀਕ ਹੈ ਜੀ। ਇਹ ਦੋ ਤਰ੍ਹਾਂ ਦੇ ਹੁੰਦੇ ਆ ਲੇਬਰ ਡੇ। ਸੱਚ ਲੇਬਰ ਡੇ ਬਾਰੇ ਤੁਹਾਨੂੰ ਦੱਸਦਾ, ਜਿਹੜਾ ਨਾ ਮਨਾਇਆ ਜਾਂਦਾ ਆਪਣਾ ਇੰਟਰਨੈਸ਼ਨਲ ਲੇਬਰ ਡੇ, ਠੀਕ ਹੈ ਨਾ, ਇਹ ਤਾਂ ਮਨਾਇਆ ਜਾਂਦਾ ਆਪਣਾ ਯੂਨਾਈਟਿਡ ਨੇਸ਼ਨ ਦੁਆਰਾ ਮਨਾਇਆ ਜਾਂਦਾ। ਇਹ ਮਨਾਇਆ ਜਾਂਦਾ ਹੈ 6 ਸਤੰਬਰ ਨੂੰ। ਇਸ ਵਾਰ 6 ਸਤੰਬਰ ਨੂੰ ਮਨਾਇਆ ਗਿਆ ਹੈਗਾ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਅਤੇ ਜੇ ਆਪਣੀ ਗੱਲ ਕਰੀਏ ਤਾਂ ਇਹ 1 ਮਈ ਲਿਖ ਲਓ ਬਸ। ਪਰ ਤੁਸੀਂ ਐਂ ਕਰੋ ਔਕਾ ਫੁੱਕਾ 1 ਮਈ ਯਾਦ ਕਰ ਲਓ ਕਿ 1 ਮਈ ਨੂੰ ਭਾਈ ਹੈੱਡਕੁਆਟਰ ਮਨਾਇਆ ਜਾਂਦਾ ਇਹਦਾ, ਉਹ ਮਨਾਇਆ ਜਾਂਦਾ ਲੇਬਰ ਡੇ। ਬਸ ਗੱਲ ਖਤਮ। ਅਤੇ ILO ਦਾ ਹੈੱਡਕੁਆਟਰ ਕਿੱਥੇ ਹੈ? ਜਨੇਵਾ, ਪੈਰਿਸ ਦੋਵੇਂ ਕਿ ਕੋਈ ਨਹੀਂ? ਤਾਂ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ A, ਜਨੇਵਾ ਦੇ ਵਿੱਚ ਭਾਈ ਇਹਦਾ ਹੈੱਡਕੁਆਟਰ ਹੈ। ਕਿਹਦਾ? ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ। 1 ਮਈ ਨੂੰ ਮਨਾਇਆ ਜਾਂਦਾ ਦਿਨ। ਇਸ ਤੋਂ ਬਾਅਦ ਆਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਫਾਲਕਨ 9 ਰੌਕਟ ਕਿਸ ਕੰਪਨੀ ਦਾ ਹੈਗਾ? ਇਹਦਾ ਵੀ ਇਹ ਹੈਗਾ ਫਾਲਕਨ 9 ਹੈ ਰੌਕਟ। ਇਹ ਇਸਰੋ ਦਾ ਤਾਂ ਹੈ ਨਹੀਂ, ਨਾ ਹੀ ਜਗਸਾ ਦਾ, ਨਾ ਹੀ ਨਾਸਾ ਦਾ। ਇਹ ਹੈਗਾ ਸਪੇਸ ਐਕਸ ਦਾ। ਸਪੇਸ ਐਕਸ ਕੀ ਹੈ? ਇੱਕ ਅੰਤਰਿਕਸ਼ ਕੰਪਨੀ ਹੈ ਅਤੇ ਇਹ ਇੱਕ ਪ੍ਰਾਈਵੇਟ ਕੰਪਨੀ ਹੈ। ਕਿਹਦੀ ਹੈ ਇਹ? ਇਹ ਹੈਗੀ ਹੈ ਐਲਨ ਮਸਕ ਦੀ। ਅਤੇ ਐਲਨ ਮਸਕ ਹੈ ਜਿਹੜਾ, ਇਹਨੇ ਅਸਤੀਫਾ ਦੇ ਤਾ, ਠੀਕ ਹੈ, ਆਪਦੇ ਪਦ ਤੋਂ, ਚੇਅਰਮੈਨ ਦੇ ਪਦ ਤੋਂ, ਠੀਕ ਹੈ ਜੀ। ਅਤੇ ਇਹਨੇ ਫਾਲਕਨ 9 ਦੁਬਾਰਾ ਹੀ 120 ਸੈਟੇਲਾਈਟ ਛੱਡਿਆ ਸ਼ਾਇਦ ਇਸ ਵਾਰ। 120 ਹੈ ਆਪਣੇ, 114 ਤੁਸੀਂ ਦੇਖ ਲਿਓ। ਉਹ ਸੈਟੇਲਾਈਟ ਛੱਡੇ ਨੇ ਫਾਲਕਨ 9 ਦੁਬਾਰਾ। ਇੰਡੀਆ ਦਾ ਰਿਕਾਰਡ ਤੋੜਿਆ। ਇੰਡੀਆ ਨੇ ਛੱਡੇ ਸੀ 104 2017 ਦੇ ਵਿੱਚ, ਪਰ ਇਹਨਾਂ ਨੇ ਛੱਡਿਆ 120 ਸ਼ਾਇਦ, ਠੀਕ ਹੈ। 120 19 ਇਹ ਜਿਹਾ ਕੁਛ ਹੈਗਾ। ਫਾਲਕਨ 9 ਦੁਬਾਰਾ ਛੱਡਿਆ ਇਹਨਾਂ ਨੇ। ਕਿਹਨੇ? ਸਪੇਸ ਐਕਸ ਨੇ। ਪਹਿਲੀ ਪ੍ਰਾਈਵੇਟ ਅੰਤਰਿਕਸ਼ ਕੰਪਨੀ ਹੈ ਅਤੇ ਐਲਨ ਮਸਕ ਇਹਦਾ ਚੇਅਰਮੈਨ ਹੈ। ਇਸ ਤੋਂ ਬਾਅਦ ਅਗਲਾ 2017 ਦੇ ਵਿੱਚ 104 ਸੈਟੇਲਾਈਟ ਭਾਰਤ ਦੁਆਰਾ ਭੇਜੇ ਗਏ ਸੀ। ਉਹਦਾ ਰਿਕਾਰਡ ਕਿਹਨੇ ਤੋੜਿਆ ਹੈਗਾ? ਫਾਲਕਨ 9 ਨੇ ਤੋੜਿਆ ਇਹਦਾ ਰਿਕਾਰਡ। ਕਿਹਦੇ ਦੁਆਰਾ? ਸਪੇਸ ਐਕਸ ਦੁਆਰਾ ਤੋੜਿਆ ਗਿਆ ਭਾਰਤ ਦਾ ਰਿਕਾਰਡ। ਭਾਰਤ ਨੇ 104 ਸੈਟੇਲਾਈਟ ਛੱਡੇ ਸੀ। ਕਿਹਦੇ ਦੁਆਰਾ ਛੱਡੇ ਸੀ? ਇਹਨੇ ਛੱਡੇ ਸੀ A ਆਪਸ਼ਨ, B ਜਾਂ C ਕਿ D? ਤਾਂ ਇਹ ਛੱਡੀ ਸੀ ਇਹਨਾਂ ਨੇ A ਆਪਸ਼ਨ ਦੁਆਰਾ, PSLV C37 ਦੁਆਰਾ। ਓਕੇ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਸਤਲੁਜ ਨਦੀ ਭਾਰਤ ਦੇ ਵਿੱਚ ਦਾਖਲ ਹੁੰਦੀ ਹੈ। ਕਿਹੜੇ ਦਰੇ ਰਾਹੀਂ ਸਤਲੁਜ ਨਦੀ ਹੈ ਜਿਹੜੀ ਇਹ ਭਾਰਤ ਦੇ ਵਿੱਚ ਦਾਖਲ ਹੁੰਦੀ ਹੈ? ਸਤਲੁਜ ਨਦੀ ਦਾ ਜਿਹੜਾ ਦੂਸਰਾ ਨਾਮ ਹੈਗਾ ਉਹ ਹੈਗਾ ਸਲੂਤਰੀ, ਠੀਕ ਹੈ, ਸਲੂਤਰੀ ਇਹਦਾ ਨਾਮ ਹੈਗਾ, ਗ੍ਰੀਕ ਨੇਮ ਇਹਦਾ। ਅਤੇ ਜਿਹੜੀ ਸਤਲੁਜ ਆ ਭਾਈ, ਅਤੇ ਸਤਲੁਜ ਦੇ ਹੇਠਲੇ ਇਲਾਕੇ ਨੂੰ ਕਹਿੰਦੇ ਮਾਲਵਾ, ਠੀਕ ਹੈ। ਸਤਲੁਜ ਦੇ ਹੇਠਲੇ ਇਲਾਕੇ ਨੂੰ ਮਾਲਵਾ ਕਹਿੰਦੇ। ਇਹ ਗੱਲ ਵੀ ਯਾਦ ਰੱਖਣੀ ਹੈ। ਤਾਂ ਖੈਬਰ ਦਾ ਤਾਂ ਨਹੀਂ ਸਕਦਾ, ਤਾਂ ਪਾਕਿਸਤਾਨ ਨਾਲ ਸੰਬੰਧਿਤ ਹੈ। ਅਤੇ ਇਹ ਭਾਈ ਜਿਹੜੀ ਕਰਦੀ ਐਂਟਰੀ, ਇਹ ਕਰਦੀ ਆ ਹਿਮਾਚਲ ਪ੍ਰਦੇਸ਼ ਦੇ ਵਿੱਚੋਂ। ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਹੜਾ ਦਰਾ? ਸ਼ਿਪਕਲਾ ਦਰਾ ਹੈਗਾ। ਜਲੀਬ ਅਤੇ ਨਥੂਲਾ ਦਰਾ ਇਹ ਸਿੱਕਮ ਦੇ ਵਿੱਚ ਆ। ਤਾਂ ਐਸ ਲੋਟ ਆਪਸ਼ਨ ਐਲੀਮੈਂਟ ਕਰ ਲਓ। A ਨੰਬਰ ਆਪਸ਼ਨ ਇਹਦਾ, B ਨੰਬਰ ਆਪਸ਼ਨ ਇਹਦਾ ਆਨਸਰ ਆ ਜਾਊਗਾ ਸ਼ਿਪਕਲਾ ਦਰਾ। ਆਹ ਪ੍ਰਸ਼ਨ ਬਹੁਤ ਇੰਪੋਰਟੈਂਟ ਆ। ਬੋਮਡੀਲਾ ਦਰਾ ਕਿਸ ਸਟੇਟ ਦੇ ਵਿੱਚ? ਜੰਮੂ ਦੇ ਵਿੱਚ ਤਾਂ ਹੈ ਨਹੀਂ ਇਹ, ਉਹ ਜਿਹੜਾ ਬੈਨੀਵਾਲ ਆ ਗਿਆ ਅਤੇ ਹੋਰ ਕਈ ਆ ਗਏ। ਅਰੁਣਾਚਲ ਪ੍ਰਦੇਸ਼ ਦੇ ਵਿੱਚ, ਸਿੱਕਮ ਦੇ ਵਿੱਚ ਜਿਹੜਾ ਨਥੂਲਾ, ਜਲੀਪ ਇਹੀ ਹੈਗੇ, ਠੀਕ ਹੈ। ਤਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆ ਗਿਆ ਇਹ ਕਿਹੜਾ? ਬੋਮਡੀਲਾ। ਯਾਦ ਰੱਖਣਾ। ਦਹਾਂਗ ਵੀ ਇਸ 'ਚ ਹੀ ਆ ਗਿਆ। ਟਾਈਗਰ ਸਟੇਟ ਕਿਸੇ ਸਟੇਟ ਨੂੰ ਕਿਹਾ ਜਾਂਦਾ ਹੈਗਾ? ਟਾਈਗਰ ਸਟੇਟ ਕਿਹਾ ਜਾਂਦਾ ਭਾਈ ਮੱਧ ਪ੍ਰਦੇਸ਼ ਨੂੰ। ਆਪਸ਼ਨ ਨੰਬਰ B ਨੂੰ ਕਿਹਾ ਜਾਂਦਾ ਹੈਗਾ। ਅਤੇ ਸੁੱਤਾ ਹੋਇਆ ਜਾਂ ਸੁੱਤੀ ਹੋਈ ਸਟੇਟ ਕਿਸ ਨੂੰ ਕਿਹਾ ਜਾਂਦਾ ਹੈਗਾ? ਤਾਂ ਇਹ ਵੀ ਕਿਹਾ ਜਾਂਦਾ ਹੈਗਾ ਮੱਧ ਪ੍ਰਦੇਸ਼ ਨੂੰ। ਮੱਧ ਪ੍ਰਦੇਸ਼ ਨੂੰ ਸੁੱਤੀ ਹੋਈ ਸਟੇਟ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਭਾਈ ਇੱਥੇ ਜੰਗਲ ਬਹੁਤ ਜ਼ਿਆਦਾ ਆ, ਤਾਂ ਕਰਕੇ ਇਹਨੂੰ ਸੁੱਤੀ ਹੋਈ ਸਟੇਟ ਕਿਹਾ ਜਾਂਦਾ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਸਿੰਪਲੀ ਫਾਲ ਟਾਈਗਰ ਰਿਜ਼ਰਵ ਕਿਸ ਸਟੇਟ ਦੇ ਵਿੱਚ ਹੈ? ਦੇਖੋ, ਉੜੀਸਾ ਦੇ ਵਿੱਚ ਹੈ, ਕਰਨਾਟਕ ਦੇ ਵਿੱਚ ਹੈ, ਯੂਪੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਹੈ। ਤਾਂ ਇਹ ਹੈਗੀ ਵੀ ਆਪਸ਼ਨ ਨੰਬਰ A ਦੇ ਵਿੱਚ, ਠੀਕ ਹੈ। ਹੁਣ ਤੁਹਾਨੂੰ ਟ੍ਰਿਕ ਨਾਲ ਯਾਦ ਕਰਾਉਣਾ ਹੈਗਾ। ਸਿੰਪਲੀ ਹਰੇਕ ਕੰਮ ਔਖਾ ਹੈਗਾ। ਉੜੀਸਾ ਤੋਂ ਯਾਦ ਕਰ ਲਿਓ, ਔਖਾ। ਹਰੇਕ ਕੰਮ ਔਖਾ ਹੈ। ਕੋਈ ਵੀ ਕਿਸੇ ਵੀ ਕੰਮ, ਔਖੇ ਕੰਮ ਨੂੰ ਕਰਨ ਵਾਸਤੇ ਆਪਾਂ ਨੂੰ ਸਿੰਪਲ ਵੇ ਵਰਤਣਾ ਚਾਹੀਦਾ, ਸਿੰਪਲ ਰਸਤਾ ਵਰਤਣਾ ਚਾਹੀਦਾ। ਯਾਦ ਕਰ ਲਿਓ ਕਿ ਜਿਹੜਾ ਵੀ ਕੋਈ ਆਪਾਂ ਸਿੰਪਲ ਕੰਮ ਕਰਨਾ ਉਹ ਬਹੁਤ ਔਖਾ ਹੈਗਾ। ਹਰੇਕ ਸਿੰਪਲ ਕੰਮ ਔਖਾ ਹੁੰਦਾ। ਟ੍ਰਿਕ ਨਾਲ ਯਾਦ ਕਰ ਲਿਓ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਬਕਸਾ ਅਤੇ ਸੁੰਦਰਬਨ ਰਿਜ਼ਰਵ ਕਿਸ ਸਟੇਟ ਦੇ ਵਿੱਚ ਹੈ? ਤੁਹਾਨੂੰ ਪਤਾ ਹੈਗਾ, ਠੀਕ ਹੈ। ਸਭ ਤੋਂ ਵੱਡਾ ਡੈਲਟਾ ਬਣਦਾ ਜਿਹੜਾ, ਉਹ ਕਿਹੜਾ ਬਣਦਾ ਹੈਗਾ? ਸੁੰਦਰਬਨ ਦਾ ਡੈਲਟਾ ਬਣਦਾ ਹੈਗਾ। ਕਿਹੜਾ? ਸਭ ਤੋਂ ਵੱਡਾ ਡੈਲਟਾ। ਦੂਸਰੀ ਗੱਲ, ਜਿਹੜੇ ਸੁੰਦਰਬਨ ਦੇ ਜੰਗਲ ਹੈਗੇ, ਠੀਕ ਹੈ, ਇਹਦੇ ਵਿੱਚ ਜਿਹੜੀ ਆਪਾਂ ਨੂੰ ਬਨਸਪਤੀ ਮਿਲਦੀ ਹੈ ਉਹ ਕਿਹੜੀ ਹੈ? ਉਹ ਹੈਗੀ ਹੈ ਮੈਂਗਰੂਵ। ਇਹਦੇ ਵਿੱਚ ਕੀ ਹੁੰਦਾ? ਇਹਦੇ ਜਿਹੜੇ ਪੌਦੇ ਹੁੰਦੇ ਆ, ਜਿਵੇਂ ਆਹ ਪੌਦਾ ਹੈਗਾ, ਇਹਨਾਂ ਦੀ ਜੜ੍ਹਾਂ ਉੱਤੇ ਹੁੰਦੀਆਂ ਹੈਗੀਆਂ। ਚਾਹੇ ਸਰਚ ਮਾਰ ਕੇ ਦੇਖ ਲਓ,
ਜਿਹੜੀਆਂ ਜੜ੍ਹਾਂ ਧਰਤੀ ਤੋਂ ਉੱਪਰ ਹੁੰਦੀਆਂ ਉਹ ਬਨਸਪਤੀ ਨੂੰ ਆਪਾਂ ਕਹਿੰਦੇ ਮੈਂਗਰੋਵ। ਦੂਸਰੇ ਪਾਸੇ ਜਦੋਂ ਆਪਾਂ ਸੁੰਦਰਬਨ ਦਾ ਡੈਲਟਾ ਪਤਾ ਲੱਗ ਗਿਆ, ਮੈਂਗਰੋਵ ਪਤਾ ਲੱਗ ਗਿਆ, ਅਤੇ ਆਪਾਂ ਨੂੰ ਪਤਾ ਇਹ ਦੋਨੇ ਚੀਜ਼ਾਂ ਕਿੱਥੇ ਆ, ਇਹ ਹੈਗੀਆਂ ਵੈਸਟ ਬੰਗਾਲ ਦੇ ਵਿੱਚ। ਆਪਸ਼ਨ ਨੰਬਰ ਸੀ ਇਹਦਾ ਬਿਲਕੁਲ ਸਹੀ ਆਨਸਰ ਹੈ। ਪੱਛਮੀ ਬੰਗਾਲ ਕਹਿੰਦੇ ਨੇ ਜਿਹਨੂੰ ਆਪਾਂ ਬਕਸਾ ਅਤੇ ਸੁੰਦਰਬਨ, ਇਹ ਦੋਨੇ ਰਿਜ਼ਰਵਾਂ ਜਿਹੜੀਆਂ ਉਹ ਪੱਛਮੀ ਬੰਗਾਲ ਦੇ ਵਿੱਚ ਹੈ, ਯਾਦ ਰੱਖਿਓ। ਇਸ ਤੋਂ ਬਾਅਦ ਨਾਮੇਰੀ, ਠੀਕ ਹੈ, ਨਮੇਰੀ ਅਤੇ ਕਾਜ਼ੀਰੰਗਾ ਕਿਸੇ ਬੰਦੇ ਨੂੰ ਠੀਕ ਹੈ, ਕਿਸੇ ਬੰਦੇ ਦਾ ਨਾਮ ਲੈ ਕੇ ਉਹਦੇ ਰੰਗ ਦੇ ਆਧਾਰ 'ਤੇ, ਠੀਕ ਹੈ, ਆਸਾਨ ਕੰਮ ਨਹੀਂ ਹੈਗਾ। ਕਿਹੜਾ ਕੰਮ ਨਹੀਂ, ਕਿਸੇ ਬੰਦੇ ਦਾ ਨਾਮ ਲੈਣਾ ਉਹਦੇ ਰੰਗ ਦੇ ਆਧਾਰ 'ਤੇ, ਤਾਂ ਉਹ ਕੋਈ ਆਸਾਨ ਕੰਮ ਨਹੀਂ ਹੈਗਾ। ਆਸਾਮ ਨੂੰ ਆਸਾਨ ਸਮਝ ਲਿਓ, ਕੋਈ ਆਸਾਨ ਕੰਮ ਨਹੀਂ ਹੈਗਾ। ਤਾਂ ਇਹਦਾ ਆਨਸਰ ਆ ਜਾਊਗਾ ਆਪਸ਼ਨ ਨੰਬਰ ਸੀ। ਟ੍ਰਿਕ ਨਾਲ ਯਾਦ ਕਰਵਾਤਾ ਇਹ ਤੁਹਾਨੂੰ ਮੈਂ, ਠੀਕ ਹੈ। ਨਵੇਰੀ ਅਤੇ ਕਾਜ਼ੀਰੰਗਾ ਨਹੀਂ ਭੁੱਲਦੇ, ਬਕਸਾ ਅਤੇ ਸੁੰਦਰਬਨ ਨਹੀਂ ਭੁੱਲਦੇ, ਸਿੰਪਲੀਫਾਲ ਨਹੀਂ ਭੁੱਲਦੇ, ਠੀਕ ਹੈ। ਤੜੋਵਾ ਅੰਧੇਰੀ ਟਾਈਗਰ ਰਿਜ਼ਰਵ ਕਿਸ ਸਥਾਨ 'ਤੇ ਹੈ? ਦੇਖੋ, ਕਿਸੇ ਅੰਧੇਰੇ ਦੇ ਵਿੱਚ ਕਿਸੇ ਟਾਈਗਰ ਨੂੰ ਤੋੜਨਾ, ਠੀਕ ਹੈ। ਤੜੋਵੇ ਰਿਜ਼ਰਵ ਨੂੰ ਤੋੜਨਾ, ਅੰਧੇਰੇ ਦੇ ਵਿੱਚ ਕਿਸੇ ਟਾਈਗਰ ਨੂੰ ਤੋੜਨਾ, ਕੌਣ ਬੰਦਾ ਕਰ ਸਕਦਾ? ਕੋਈ ਮਹਾਨ ਬੰਦਾ ਹੀ ਕੰਮ ਕਰ ਸਕਦਾ ਨਾ। ਤਾਂ ਆਪਸ਼ਨ ਨੰਬਰ ਏ ਦਾ ਬਿਲਕੁਲ ਸਹੀ ਆਨਸਰ ਆ ਜਾਊਗਾ ਮਹਾਰਾਸ਼ਟਰ, ਇਹਦਾ ਬਿਲਕੁਲ ਸਹੀ ਆਨਸਰ ਹੈ। ਹੁਣ ਤਾਂ ਨਹੀਂ ਭੁੱਲਦੇ ਪੁੱਤਰੋ, ਠੀਕ ਹੈ। ਇੱਕ ਵਾਰੀ ਪੜ੍ਹ ਲਓ ਵੀਡੀਓ, ਯਾਦ ਹੋ ਜੂਗੀ। ਏ ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਇਸ ਤੋਂ ਬਾਅਦ ਆਹ ਆਪਰੇਸ਼ਨ ਦੇ ਵਿੱਚ ਹੀ ਮੈਂ 2 ਆਪਰੇਸ਼ਨ ਕਵਰ ਕਰਤੇ, ਦੇਖੋ ਧਿਆਨ ਨਾਲ। ਕਹਿੰਦੇ ਹਮਾਯੂ ਦਾ ਮਕਬਰਾ, ਜਿਸ ਨੂੰ ਪੂਰਬ ਦਾ ਤਾਜ ਮਹਿਲ ਵੀ ਕਿਹਾ ਜਾਂਦਾ, ਆਪਰੇਸ਼ਨ ਆਇਆ ਹੋਇਆ ਪੇਪਰ ਦੇ ਵਿੱਚ। ਹਮਾਯੂ ਦੇ ਮਕਬਰੇ ਨੂੰ ਹੋਰ ਕੀ ਕਿਹਾ ਜਾਂਦਾ? ਇਹਨੂੰ ਕਿਹਾ ਜਾਂਦਾ ਬਈ ਪੂਰਬ ਦਾ ਤਾਜ ਮਹਿਲ। ਉਸ ਉੱਪਰ ਕਿਹੜੀ ਸ਼ੈਲੀ ਵਰਤੀ ਗਈ ਹੈ? ਤਾਂ ਜਿਹੜਾ ਹਮਾਯੂ ਦਾ ਮਕਬਰਾ, ਇਹਦੇ ਉੱਤੇ ਕਹਿੰਦੇ ਚਾਰਬਾਗ, ਨੂਮਰਪੁਰ, ਕੈਲੀਵੀਗ ਕਿ ਕੋਈ ਨਹੀਂ। ਤਾਂ ਇਹਦੇ ਉੱਪਰ ਜਿਹੜੀ ਸ਼ੈਲੀ ਵਰਤੀ ਗਈ ਉਹ ਵਰਤੀ ਗਈ ਹੈ ਚਾਰਬਾਗ। ਬੋਧੇਸ਼ਵਰ ਮੰਦਰ ਕਿੱਥੇ ਹੈ? ਕਿਹੜਾ ਮੰਦਰ? ਬੋਧੇਸ਼ਵਰ ਮੰਦਰ ਕਿਸ ਸ਼ੈਲੀ ਦੀ ਰਚਨਾ ਹੈ? ਜਿਹੜਾ ਬੋਧੇਸ਼ ਮੰਦਰ ਹੈ, ਇਸ ਉੱਤੇ ਕਿਹੜੀ ਸ਼ੈਲੀ ਦੀ ਰਚਨਾ ਕੀਤੀ ਗਈ ਹੈ? ਇਸ ਉੱਤੇ ਰਚਨਾ ਕੀਤੀ ਗਈ ਹੈ ਬਈ ਦਰਾਵੜ, ਕਲੀਪੁਰੀ, ਚਾਰਬਾਗ ਕਿ ਕੋਈ ਨਹੀਂ। ਕੋਈ ਨਹੀਂ ਤਾਂ ਨਹੀਂ ਸਕਦਾ। ਚਾਰਬਾਗ ਹੈਗਾ ਆਪਣਾ, ਇਹ ਕਰਿਆ ਵਾ ਹਮਾਯੂ ਦੇ ਮਕਬਰੇ 'ਤੇ। ਕਲੀਪੁਰੀ ਬਾਰੇ ਮੈਂ ਕੋਈ ਨਾਂ ਹੀ ਨਹੀਂ ਸੁਣਿਆ ਹਜੇ ਤੱਕ, ਠੀਕ ਹੈ। ਇਹਦਾ ਆਨਸਰ ਆ ਜਾਊਗਾ ਦਰਾਵੜ। ਇਸ ਦਾ ਨਿਰਮਾਣ ਦੇਖੋ, ਜਿਹੜਾ ਇਹ ਬੋਧੇਸ਼ਵਰ ਮੰਦਰ ਹੈ, ਇਹਦਾ ਨਿਰਮਾਣ ਕਿਹਨੇ ਕਰਵਾਇਆ ਸੀ? ਇਹਦਾ ਨਿਰਮਾਣ ਕਰਵਾਇਆ ਸੀ ਚੌਲ ਸ਼ਾਸਕਾਂ ਨੇ। ਇਹ ਤੰਜੌਰ ਦੇ ਵਿੱਚ ਸਥਿਤ ਹੈ। ਇਸ ਤੋਂ ਬਾਅਦ ਅਗਲਾ ਕਹਿੰਦੇ ਰਾਜਪਾਲ ਕੋਲ ਮਾਫੀ ਦੀ ਸ਼ਕਤੀ ਹੁੰਦੀ ਹੈ, ਠੀਕ ਹੈ। ਇਹ ਕਿਸ ਆਰਟੀਕਲ ਦੇ ਵਿੱਚ ਆਉਂਦੀ ਹੈ? ਦੇਖੋ, ਰਾਸ਼ਟਰਪਤੀ ਜਾਂ ਗਵਰਨਰ ਜਾਂ ਰਾਜਪਾਲ, ਠੀਕ ਹੈ। ਰਾਸ਼ਟਰਪਤੀ ਕੋਲ ਸ਼ਕਤੀ ਹੁੰਦੀ ਹੈ ਕਾਹਦੀ? ਮਾਫ ਕਰਨ ਦੀ, ਆਰਟੀਕਲ 72 ਦੇ ਵਿੱਚ। ਜਿਹੜੀ ਰਾਜਪਾਲ ਕੋਲ ਸ਼ਕਤੀ ਹੁੰਦੀ ਹੈ ਮਾਫ ਕਰਨ ਦੀ, ਉਹ ਹੁੰਦੀ ਆਰਟੀਕਲ 71 ਦੇ ਵਿੱਚ। 2 ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ। ਦੇਖੋ, ਜਿਹੜਾ ਰਾਸ਼ਟਰਪਤੀ ਹੈ ਇਹ ਕਿਸੇ ਦੀ ਸਜ਼ਾ ਘਟਾ ਵੀ ਸਕਦਾ, ਕਿਸੇ ਦੀ ਸਜ਼ਾ ਵਧਾ ਵੀ ਸਕਦਾ, ਸਾਰੇ ਇੰਡੀਆ ਦੇ ਵਿੱਚ। ਇਹ ਜਿਹੜੀ ਸਟੇਟ ਦੇ ਵਿੱਚ ਲੱਗਿਆ ਹੋਇਆ ਹੈਗਾ, ਉੱਥੋਂ ਦੇ ਕੈਦੀਆਂ ਦੀ ਸਜ਼ਾ ਵਧਾ ਵੀ ਸਕਦਾ ਅਤੇ ਘਟਾ ਵੀ ਸਕਦਾ। ਇਹਨਾਂ 'ਚ ਫਰਕ ਕੀ ਹੈ? ਜਿਹੜਾ ਰਾਸ਼ਟਰਪਤੀ ਹੈ ਫਾਂਸੀ ਦੀ ਸਜ਼ਾ ਵੀ ਮਾਫ ਕਰ ਸਕਦਾ, ਪਰ ਜਿਹੜਾ ਗਵਰਨਰ ਹੈ ਜਾਂ ਰਾਜਪਾਲ ਹੈ ਇਹ ਮਾਫੀ ਦੀ ਸਜ਼ਾ ਮਾਫ ਨਹੀਂ ਕਰ ਸਕਦਾ। ਦੂਸਰਾ, ਰਾਜਪਾਲ ਜਾਂ ਗਵਰਨਰ ਜਿੱਥੋਂ ਦਾ ਵਸਨੀਕ ਹੈਗਾ, ਜਾਂ ਰਹਿਣ ਵਾਲਾ, ਉਸ ਸਟੇਟ ਦਾ ਇਹਨੂੰ ਕਦੇ ਵੀ ਗਵਰਨਰ ਨਹੀਂ ਲਗਾਇਆ ਜਾਊਗਾ। ਇਹ ਗੱਲ ਯਾਦ ਰੱਖਿਓ, ਠੀਕ ਹੈ। ਇਹਦਾ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? ਇਹ ਹੁਣੇ ਦੱਸ ਕੇ ਗਿਆ ਗਾ, ਆਪਸ਼ਨ ਨੰਬਰ ਸੀ, ਆਰਟੀਕਲ 161 ਦੇ ਵਿੱਚ। ਕਿਸ ਆਰਟੀਕਲ ਦੇ ਵਿੱਚ ਦੱਸਿਆ ਗਿਆ ਹੈ ਕਿ ਲੋਕ ਸਭਾ ਸਪੀਕਰ ਜੁਆਇੰਟ ਸਿਟਿੰਗ ਦੀ ਪ੍ਰਧਾਨਗੀ ਕਰ ਸਕਦਾ ਗਾ? ਇਹ ਕਿਹਾ ਗਿਆ ਭਾਈ ਆਪਸ਼ਨ ਆਰਟੀਕਲ 108 ਦੇ ਵਿੱਚ, ਠੀਕ ਹੈ। 8 ਦੇ ਵਿੱਚ ਕਿਹਾ ਗਿਆ ਹੈਗਾ ਕਿ ਭਾਈ ਜੁਆਇੰਟ ਸਿਟਿੰਗ ਦੀ ਪ੍ਰਧਾਨਗੀ ਕਰ ਸਕਦਾ। 110 ਦੇ ਵਿੱਚ ਕਿਹੜਾ ਬਿੱਲ ਆ ਜਾਂਦਾ? ਮਨੀ ਬਿੱਲ ਆ ਜਾਂਦਾ। ਅਤੇ 112 ਦੇ ਵਿੱਚ ਬਜਟ ਆ ਜਾਂਦਾ ਗਾ, ਅਤੇ 117 ਦੇ ਵਿੱਚ ਫਿਨਾਂਸ ਬਿੱਲ ਆ ਜਾਂਦਾ, ਅਤੇ 368 ਦੇ ਵਿੱਚ ਅਮੈਂਡਮੈਂਟ ਬਿੱਲ ਆ ਜਾਂਦਾ। 368 ਦੇ ਵਿੱਚ ਅਮੈਂਡਮੈਂਟ ਬਿੱਲ, 112 ਦੇ ਵਿੱਚ ਬਜਟ, 110 ਦੇ ਵਿੱਚ ਮਨੀ ਬਿੱਲ, 117 ਦੇ ਵਿੱਚ ਫਿਨਾਂਸ ਬਿੱਲ। ਪਦਮ ਪੁਰਸਕਾਰਾਂ ਦੀ ਸਥਾਪਨਾ ਕਦੋਂ ਹੋਈ ਸੀ? ਜਿਹੜੇ ਪਦਮ ਪੁਰਸਕਾਰਾਂ ਦੀ ਸਥਾਪਨਾ ਹੋਈ ਸੀ ਭਾਈ 1954 ਦੇ ਵਿੱਚ, ਠੀਕ ਹੈ। ਅਤੇ ਭਾਰਤ ਦਾ ਸਭ ਤੋਂ ਵੱਡਾ ਜਿਹੜਾ ਨਾਗਰਿਕ ਪੁਰਸਕਾਰ ਆ ਉਹ ਹੈਗਾ ਗਾ ਭਾਰਤ ਰਤਨ। ਦੂਜੇ ਨੰਬਰ 'ਤੇ ਹੈਗਾ ਗਾ ਭਾਰਤ ਵਿਭੂਸ਼ਣ। ਤੀਜੇ ਨੰਬਰ 'ਤੇ ਹੈਗਾ ਗਾ ਭਾਰਤ ਭੂਸ਼ਣ। ਚੌਥੇ ਹੈਗਾ ਆਪਣਾ ਪਦਮ ਸ਼੍ਰੀ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਚੌਥੇ ਹੈਗਾ ਆਪਣਾ ਪਦਮ ਸ਼੍ਰੀ। ਇਸ ਤੋਂ ਬਾਅਦ ਅਗਲਾ ਕਹਿੰਦੇ ਐਕਸ ਡਿਜ਼ਰਟ ਨਾਈਟ ਯੁੱਧ
ਅਭਿਆਸ ਕਿਹੜੇ ਦੋ ਦੇਸ਼ਾਂ ਦੇ ਵਿਚਾਲੇ ਹੁੰਦਾ? ਇਹ ਹੁੰਦਾ ਵੀ ਭਾਰਤ ਦੇ ਫਰਾਂਸ, ਭਾਰਤ ਦੇ ਅਮਰੀਕਾ, ਕਿ ਭਾਰਤ ਦੇ ਜਾਪਾਨ। ਤਾਂ ਇਹ ਹੁੰਦਾ ਆਪਸ਼ਨ ਨੰਬਰ ਏ ਦੇ ਵਿਚਕਾਰ ਹੁੰਦਾ ਭਾਈ, ਯਾਦ ਰੱਖਣੀ ਇਹ ਗੱਲ। ਇਸ ਤੋਂ ਬਾਅਦ ਆਹ ਬਹੁਤ ਇੰਪੋਰਟੈਂਟ ਆ, ਦਸਤਕ ਬਹੁਤ ਪੇਪਰਾਂ 'ਚ ਪੁੱਛੀ ਗਈ ਹੈ। ਕਹਿੰਦੇ ਜਿਹੜੀ ਦਸਤਕ ਮਿਲਟਰੀ ਐਕਸਰਸਾਈਜ਼ ਹੈ ਇਹ ਭਾਰਤ ਅਤੇ ਉਜ਼ਬੇਕਿਸਤਾਨ ਦੇ ਵਿਚਾਲੇ ਹੁੰਦੀ ਹੈ। ਠੀਕ ਹੈ, ਗੱਲ ਯਾਦ ਰੱਖਣੀ ਹੈ। ਐਕਸ ਡਿਜ਼ਰਟ ਨਾਈਟ ਇਹ ਭਾਰਤ ਅਤੇ ਫਰਾਂਸ ਦੇ ਵਿਚਾਲੇ ਹੁੰਦੀ ਹੈ। ਇਸ ਤੋਂ ਬਾਅਦ ਫਾਰਵਰਡ ਬਲਾਕ ਦੀ ਸਥਾਪਨਾ ਕਦੋਂ ਹੋਈ ਸੀ? ਇਹ ਤੁਹਾਨੂੰ ਪਤਾ ਹੀ ਹੈਗਾ, ਜਦੋਂ 1939 ਦੇ ਵਿੱਚ ਸੁਭਾਸ਼ ਚੰਦਰ ਬੋਸ ਅਸਤੀਫਾ ਦੇ ਗਏ ਸੀ। ਕਾਹਦੇ? INC ਦੇ ਪਦ ਤੋਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਪਦ ਤੋਂ ਅਸਤੀਫਾ ਦੇ ਗਏ ਸੀ। ਤਾਂ ਉਸ ਤੋਂ ਬਾਅਦ 1940 ਦੇ ਵਿੱਚ ਕੌਣ ਬਹਿ ਗਿਆ ਸੀ ਇਹਨਾਂ ਦੀ ਜਗ੍ਹਾ 'ਤੇ ਆ ਕੇ? ਆਪਣਾ ਅਬਦੁਲ ਕਲਾਮ। ਅਬਦੁਲ ਕਲਾਮ ਬਾਰੇ ਦੋ ਚੀਜ਼ਾਂ ਹੋਰ ਦੱਸਣ ਲੱਗਿਆ। ਇੱਕ ਤਾਂ ਸਭ ਤੋਂ ਯੰਗੈਸਟ INC ਦੇ ਪ੍ਰਧਾਨ ਸੀ, ਦੂਸਰੇ ਸਭ ਤੋਂ ਲੰਬੇ ਸਮੇਂ ਤੱਕ ਵੀ ਇਹੀ ਪ੍ਰਧਾਨ ਰਹੇ ਆ। ਇੱਕ ਇਹ ਪਹਿਲੇ ਪ੍ਰਧਾਨ ਰਾਸ਼ਟਰਪਤੀ ਸੀ, ਠੀਕ ਹੈ, ਜਿਹੜੇ ਕਿ ਸਾਇੰਸ ਨਾਲ ਸੰਬੰਧਿਤ ਸਨ, ਵਿਗਿਆਨੀ ਸਨ ਜਿਹੜੇ। ਠੀਕ ਹੈ, ਅਤੇ ਫਾਰਵਰਡ ਬਲਾਕ ਦੀ ਸਥਾਪਨਾ ਕਦੋਂ ਹੋਈ ਸੀ? ਕਦੋਂ ਹੋਈ ਸੀ ਇਹਦੀ ਸਥਾਪਨਾ? ਹੋਈ ਹਾਂ, ਜਦੋਂ 1939 ਦੇ ਵਿੱਚ ਅਸਤੀਫਾ ਦੇ ਗਿਆ INC ਤੋਂ। ਇਹ ਤੋਂ ਬਾਅਦ ਇਹਨਾਂ ਜਾ ਕੇ ਫਾਰਵਰਡ ਬਲਾਕ ਬਣਾ ਲਈ। ਕਈ ਵਾਰ ਕਹਿ ਦਿੰਦੇ ਕਿ ਜਿਹੜੀ ਆਜ਼ਾਦ ਹਿੰਦ ਫੌਜ ਹੈਗੀ ਉਸਦੀ ਸਥਾਪਨਾ ਕਿਹਨੇ ਕੀਤੀ ਸੀ? ਉਸਦੀ ਸਥਾਪਨਾ ਕੀਤੀ ਸੀ ਰਾਜ ਬਿਹਾਰੀ ਬੋਸ ਨੇ। ਇਹ ਗੱਲ ਯਾਦ ਰੱਖਣੀ ਹੈ। ਇਹ ਉਹਦਾ ਕਮਾਂਡਰ ਹੁੰਦਾ ਸੀ। ਬਾਅਦ ਵਿੱਚ ਜਿਹੜੀ ਡੈਥ ਹੋ ਗਈ ਤਾਂ ਇਹ ਤੋਂ ਬਾਅਦ ਆਜ਼ਾਦ ਹਿੰਦ ਫੌਜ ਦੀ ਇਹਨੂੰ ਸੰਭਾਲਿਆ ਸੀ। ਠੀਕ ਹੈ, ਸਿੰਗਾਪੁਰ ਦੇ ਵਿੱਚ ਇਹ ਬਣਾਈ ਸੀ। ਠੀਕ ਹੈ, ਇਹਨਾਂ ਆਪਣੇ 50 ਦੇ 50 MCQ ਕਵਰ ਹੋ ਗਏ। ਕੋਸ਼ਿਸ਼ ਕਰੂੰਗਾ ਕਿ ਸ਼ਾਮ ਤੱਕ ਤੁਹਾਨੂੰ ਮੈਂ 100 MCQ ਹੋਰ ਪ੍ਰੋਵਾਈਡ ਕਰਵਾ ਦਾਂ। ਠੀਕ ਹੈ, ਅਤੇ ਇੰਗਲਿਸ਼ ਦਾ ਲੈਕਚਰ ਵੀ ਅੱਜ ਲਾਊਂਗਾ ਮੈਂ, ਅਤੇ ਇੰਗਲਿਸ਼ ਦਾ ਲੈਕਚਰ ਲਾਵਾਂਗੇ ਆਪਾਂ। ਇੱਕ ਮੈਂ ਇਹ ਗੱਲ ਕਹਿਣ ਜਾ ਰਿਹਾ ਹੈਗਾ ਕਿ ਜਾਂ ਕੋਈ ਗੱਲ ਨਹੀਂ, ਮੈਂ ਦੇਖਦਾ ਉਹਦਾ ਸਿਸਟਮ ਬਣਾ ਕੇ, ਅਤੇ ਫਿਰ ਆਪਾਂ ਕਰਦੇ ਹਾਂ ਗੱਲ ਪੁੱਤਰੋ। ਠੀਕ ਹੈ ਪੁੱਤਰੋ, ਜਿਉਂਦੇ ਵੱਧਦੇ ਰਹੋ ਭਾਈ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ, ਕਹਿਣ ਦੀ ਲੋੜ ਨਾ ਪਿਆ ਕਰੇ। ਠੀਕ ਹੈ, ਮਿਕਸ ਹੈ ਇਹ ਸਾਰੇ ਕਾਸੇ ਦੇ ਪ੍ਰਸ਼ਨ ਉੱਤਰ।